महिलावां ने संसद चलाई है, किसान संसद जिसका आप जिक्र कर रहे हैं, ਉਹ ਸੰਸਦ ਨੂੰ ਵਿਲੱਖਣਤਾ ਦੇ ਤੌਰ ਤੇ ਜੇ ਦੇਖਿਆ ਜਾ ਰਿਹਾ ਤਾਂ ਸਭ ਤੋਂ ਵੱਡੀ ਗੱਲ ਕਿਹੜੀ ਦੇਖਦੇ ਹੋ? ਦੇਸ਼ ਸ਼ਾਇਦ ਪਹਿਲੀ ਵਾਰ ਹੈ ਕਿ ਔਰਤਾਂ ਨੇ ਜੰਤਰ ਮੰਤਰ ਤੇ ਜਾ ਕੇ ਕਿਸਾਨ ਸੰਸਦ ਚਲਾਈ ਹੋਵੇ। ਅਸਰ ਪਤਾ ਕਿੰਨਾ ਕਾਨੂੰਨਾਂ ਨੇ ਸਾਡੇ ਤੇ ਮਾਰ ਕਿੰਨੀ ਪਾਉਣੀ ਹੈਗੀ ਹੈ ਤੇ ਖਾਸ ਕਰਕੇ ਜਿਹੜਾ ਜ਼ਰੂਰੀ ਵਕਤ ਹੈ ਉਹਦੇ ਤੇ ਉਹਨਾਂ ਨੇ ਭਰਪੂਰ ਚਰਚਾ ਕੀਤੀ ਤੇ ਬਹੁਤ ਸਾਰੇ ਲੋਕ ਦੋ ਡੰਗ ਦੀ ਰੋਟੀ ਤੋਂ ਭੁੱਖੇ ਸੌਂਦੇ ਨੇ ਕਿ ਜਦੋਂ ਇਹ ਕਾਨੂੰਨ ਲਾਗੂ ਹੋਣਗੇ ਤਾਂ ਇਹਨਾਂ ਦਾ ਕਿੱਡਾ ਮਾੜਾ ਅਸਰ ਪੈਣਾ ਹੈ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਵਾਸਤੇ। ਬੀਬੀਆਂ ਵੱਲੋਂ ਸੰਸਦ ਚਲਾਉਣ ਦੀ ਜਿਹੜੀ ਅਹਿਮੀਅਤ ਹੈ, ਭੂਮਿਕਾ ਹੈ, ਉਸ ਨੂੰ ਡਾਕਟਰ ਕਮਲਜੀਤ ਤੁਸੀਂ ਕਿਵੇਂ ਦੇਖ ਰਹੇ ਹੋ? ਔਰਤਾਂ ਦੀ ਜਿਹੜੀ ਸਾਡੀ ਐਗਰੀਕਲਚਰ ਦੇ ਵਿੱਚ ਭਾਗੀਦਾਰੀ ਹੈ ਉਸ ਨੂੰ ਕੰਸੀਡਰ ਕਰਦੇ ਹੋਏ ਇਹ ਕਿਹਾ ਕਿ ਔਰਤਾਂ ਜਾ ਕੇ ਆਪਣੀ ਗੱਲ ਕਹਿਣ। ਇਹ ਹੋਇਆ ਕਿ ਇਸ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਚੁੱਲ੍ਹੇ ਤੋਂ ਲੈ ਕੇ ਖੇਤ ਤੱਕ, ਖੇਤ ਤੋਂ ਲੈ ਕੇ ਸੜਕ ਤੱਕ ਤੇ ਸੜਕ ਤੋਂ ਲੈ ਕੇ ਸਾਡੇ ਜਿਹੜੇ ਹੈ ਸੰਸਦ ਤੱਕ ਉਸ ਦਾ ਕੀ ਅਸਰ ਹੈ। ਸੋ ਇੱਕ ਗੱਲ ਤੇ ਇਹ ਲਾਜ਼ਮੀ ਹੋਈ ਕਿ ਔਰਤਾਂ ਘਰ ਵੀ ਚਲਾ ਸਕਦੀਆਂ, ਖੇਤ ਵੀ ਚਲਾ ਸਕਦੀਆਂ ਤੇ ਸੰਸਦ ਵੀ ਚਲਾ ਸਕਦੀਆਂ। ਕੀ ਇਹਨਾਂ ਔਰਤਾਂ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਦਲਿਤ ਜਾਂ ਜਿਹੜੀਆਂ ਮਜ਼ਦੂਰ ਵਰਗ ਦੀਆਂ, ਕੱਟੀ ਵਰਗ ਦੀਆਂ ਔਰਤਾਂ ਸੀ, ਉਹਨਾਂ ਦੀ ਪਾਰਟਿਸਿਪੇਸ਼ਨ ਵੀ ਰਹੀ ਹੈ ਜਾਂ ਜਿਹੜੀਆਂ ਕਿਸਾਨ ਮਹਿਲਾਵਾਂ ਜਿਹਦੀ ਤੁਸੀਂ ਗੱਲ ਕਰਦੇ ਆ ਕਿਸਾਨ ਔਰਤਾਂ ਦੀ ਵੀ ਪਾਰਟਿਸਿਪੇਸ਼ਨ ਰਹੀ? ਕਿਉਂਕਿ ਇਹ ਜਿਹੜਾ ਬਿੱਲ ਹੈ ਇਹ ਕੇਵਲ ਕਿਸਾਨਾਂ ਨੇ ਤੇ ਕਿਸਾਨ ਔਰਤ ਨੂੰ ਤਾਂ ਸਿੱਧੇ ਤੌਰ ਤੇ ਜਿਹੜਾ ਹੈ ਪ੍ਰਭਾਵਿਤ ਕਰਦਾ ਹੈ ਤੇ ਸਾਡੀਆਂ ਜਿਹੜੀਆਂ ਐਗਰੀਕਲਚਰ ਦੇ ਵਿੱਚ ਜਿਹੜੀਆਂ ਸਾਡੀਆਂ ਮਜ਼ਦੂਰ ਔਰਤਾਂ ਨੇ, ਸਾਡੀਆਂ ਦਲਿਤ ਔਰਤਾਂ ਨੇ, ਇਹ ਬਿੱਲ ਉਸ ਨੂੰ ਵੀ ਬਹੁਤ ਜਿਹੜਾ ਅਫੈਕਟ ਕਰੇਗਾ। ਇੱਥੋਂ ਤੱਕ ਕਿ ਇਹ ਪ੍ਰਚਾਰ ਗਲਤ ਕੀਤਾ ਗਿਆ ਕਿ ਜੇ ਮੱਧ ਵਰਗੀ ਅਰਬਨ ਜਿਹੜੇ ਸਾਡੇ ਪੀਪਲ ਨੇ ਉਹਨਾਂ ਨੂੰ ਨਹੀਂ ਇਹ ਅਫੈਕਟ ਕਰੇਗਾ। ਸੰਸਦ ਨੇ ਮੋਦੀ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਗੁੰਮਰਾਹ ਕਿਸਾਨ ਨਹੀਂ ਹੋਏ, ਗੁੰਮਰਾਹ ਸਰਕਾਰ ਹੋਈ ਹੈ। ਜਦੋਂ ਆਪਾਂ ਕਿਸਾਨਾਂ ਦੇ 8 ਮਹੀਨੇ ਦੇ ਅੰਦੋਲਨ ਦੀ ਗੱਲ ਕਰਦੇ ਹਾਂ, ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇਹਨਾਂ 8 ਮਹੀਨਿਆਂ 'ਚ ਕਿਸਾਨ ਅੰਦੋਲਨ ਨੇ ਤਾਂ ਦੱਸ ਹੀ ਦਿੱਤਾ ਕਿ ਅਸੀਂ ਨਾ ਅੱਕੇ ਆ ਨਾ ਥੱਕੇ ਆ, ਪਰ ਸਰਕਾਰ ਦਾ ਜਿਹੜਾ ਅੜੀਅਲ ਵਤੀਰਾ ਹੈ ਉਹਦੇ 'ਚ ਔਰਤਾਂ ਨੂੰ ਕਿਵੇਂ ਲਿਆ ਜਾ ਰਿਹਾ ਕਿ ਲਗਾਤਾਰ 8 ਮਹੀਨਿਆਂ ਤੋਂ ਸਰਕਾਰ ਆਪਣੀ ਜਿੱਦ ਤੇ ਅੜੀ ਬੈਠੀ ਹੈ ਕਿ 3 ਖੇਤੀ ਕਾਨੂੰਨ ਰੱਦ ਨਹੀਂ ਹੋਣੇ। ਬਿਲਕੁਲ ਸਰ, ਕਿਉਂਕਿ ਜਿਹੜੀ ਕੱਲ ਪਾਰਲੀਮੈਂਟ ਹੋਈ ਮੈਨੂੰ ਲੱਗਿਆ ਕਿ ਪਹਿਲੀ ਵਾਰ ਜਿਹੜੀਆਂ ਔਰਤਾਂ ਨੇ ਜੇ ਇੱਕ ਪਾਸੇ ਸਾਡੀ ਪਿੰਡ ਦੀ ਅਨਪੜ੍ਹ ਬੀਬੀ ਉਹਦੇ ਵਿੱਚ ਸ਼ਾਮਲ ਹੋਈ ਤਾਂ ਦੂਜੇ ਪਾਸੇ ਪੜ੍ਹੀਆਂ ਲਿਖੀਆਂ ਡਾਕਟਰ, ਵਕੀਲ, ਅਧਿਆਪਕ ਕੋਈ ਪੇਸ਼ਾ ਨਹੀਂ ਮੈਨੂੰ ਲੱਗਿਆ ਵੀ ਕੋਈ ਹੋਣਾ ਜਿਹਨੇ ਉੱਥੇ ਐਜ MP ਆਪਣੀ ਗੱਲ ਨਾ ਰੱਖੀ ਹੋਵੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। 3 ਖੇਤੀ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਤੇ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਜੰਤਰ ਮੰਤਰ ਤੇ ਕਿਸਾਨ ਸੰਸਦ ਚਲਾਈ ਜਾ ਰਹੀ ਹੈ। ਇੱਕ ਦਿਨ ਇਹ ਮੌਕਾ ਦੇਸ਼ ਦੀਆਂ ਔਰਤਾਂ ਨੂੰ ਮਿਲਿਆ ਤਾਂ ਉਹਨਾਂ ਨੇ ਸਪਸ਼ਟ ਤੌਰ ਉੱਤੇ 3 ਖੇਤੀ ਕਾਨੂੰਨ ਰੱਦ ਕੀਤੇ, ਬਹੁਤ ਸਾਰੇ ਮੁੱਦਿਆਂ ਦੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਇੱਕ ਸੁਨੇਹਾ ਦਿੱਤਾ ਔਰਤਾਂ ਨੇ ਕਿ ਬੇਸ਼ੱਕ ਦੇਸ਼ ਦੀ ਹਾਕਮਦਾਰ ਜਿੰਨੇ ਮਰਜ਼ੀ ਦੋਸ਼ ਲਾ ਲੇ, ਪਰ ਕਿਉਂਕਿ ਔਰਤਾਂ ਦੀ ਬਹੁਤ ਵੱਡੀ ਪੱਧਰ ਤੇ ਇਸ ਅੰਦੋਲਨ ਨੂੰ ਹਮਾਇਤ ਹੈ, ਇਸ ਕਰਕੇ ਅੰਦੋਲਨ ਪਵਿੱਤਰ ਹੀ ਜਾਣਿਆ ਜਾਏਗਾ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਤੇ ਜਿਹੜੇ ਸਾਡੇ ਖਾਸ ਮਹਿਮਾਨ ਜੁੜੇ ਹੈ, ਅਚੇਚੇ ਤੌਰ ਤੇ ਉਹ ਔਰਤਾਂ ਨੇ ਜਿਨ੍ਹਾਂ ਨੇ ਕਿਸਾਨ ਸੰਸਦ ਚਲਾਈ, ਜਿਨ੍ਹਾਂ 'ਚ ਹਰਵਿੰਦਰ ਕੌਰ ਬਿੰਦੂ ਜੀ ਨੇ, ਡਾਕਟਰ ਕਮਲਜੀਤ ਕੌਰ ਢਿੱਲੋਂ ਨੇ, ਬਲਵੀਰ ਕੌਰ ਨੇ। ਤਿੰਨੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਮੈਂ ਪੈਨਲ ਤੇ ਆਉਣ ਲਈ, ਚੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਬਿੰਦੂ ਜੀ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਕੱਲ ਜਿਹੜੀ ਮਹਿਲਾਵਾਂ ਨੇ ਸੰਸਦ ਚਲਾਈ ਹੈ, ਕਿਸਾਨ ਸੰਸਦ ਜਿਸਦਾ ਆਪਾਂ ਜ਼ਿਕਰ ਕਰ ਰਹੇ ਹਾਂ, ਉਹ ਸੰਸਦ ਨੂੰ ਵਿਲੱਖਣਤਾ ਦੇ ਤੌਰ ਤੇ ਜੇ ਦੇਖਿਆ ਜਾ ਰਿਹਾ ਤਾਂ ਸਭ ਤੋਂ ਵੱਡੀ ਗੱਲ ਕਿਹੜੀ ਦੇਖਦੇ ਹੋ? ਦੇਸ਼ ਸ਼ਾਇਦ ਪਹਿਲੀ ਵਾਰ ਹੈ ਕਿ ਔਰਤਾਂ ਨੇ ਜੰਤਰ ਮੰਤਰ ਤੇ ਜਾ ਕੇ ਕਿਸਾਨ ਸੰਸਦ ਚਲਾਈ ਹੋਵੇ। ਬਿੰਦੂ ਜੀ, ਇਹ ਜੀ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸ ਅੰਦੋਲਨ ਦੇ ਵਿੱਚ ਜੋ 8 ਮਹੀਨਿਆਂ ਤੋਂ ਕਿਸਾਨ ਲੜਦੇ ਆ ਰਹੇ ਨੇ, ਔਰਤਾਂ ਵੀ ਇਹਦੇ ਵਿੱਚ ਭਾਗੀਦਾਰ ਨੇ। ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 22 ਜੁਲਾਈ ਤੋਂ ਜੋ ਮੌਨਸੂਨ ਸੈਸ਼ਨ ਚੱਲ ਰਿਹਾ ਸੀ, ਉਹਦੇ ਵਿੱਚ ਸੈਸ਼ਨ ਦੇ ਵਿੱਚ ਬਰਾਬਰ ਪਾਰਲੀਮੈਂਟ ਲਾਉਣ ਦਾ, ਬਰਾਬਰ ਹੀ ਇਹਨਾਂ ਕਾਨੂੰਨਾਂ ਤੇ ਬਹਿਸ ਕਰਨ ਦਾ, ਚਰਚਾ ਕਰਨ ਦਾ, ਇਹਨਾਂ ਨੂੰ ਰੱਦ ਕਰਾਉਣ ਦਾ ਜਿਹੜਾ 2 ਦਿਨਾਂ ਤੋਂ ਪਹਿਲਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਸੰਸਦ ਚਲਾਈ ਜਾ ਰਹੀ ਸੀ, ਤੇ ਜਿਹੜਾ 26 ਜੁਲਾਈ ਨੂੰ ਖਾਸ ਕਰਕੇ ਮਹਿਲਾਵਾਂ ਨੂੰ ਇਹ ਦਿਨ ਦਿੱਤਾ ਗਿਆ, ਉਹਦੇ 8 ਮਹੀਨੇ ਵੀ ਪੂਰੇ ਹੋਏ ਨੇ ਮੋਰਚੇ ਨੂੰ 8 ਮਹੀਨੇ ਹੋ ਚੁੱਕੇ ਸੀ। ਤੇ ਜੋ ਔਰਤਾਂ ਦੀ ਵਿਸ਼ੇਸ਼
ਹੈਗੀ ਇਸ ਅੰਦੋਲਨ ਦੇ ਵਿੱਚ। ਜਿਵੇਂ ਉਹਨਾਂ ਨੂੰ 26 ਜੁਲਾਈ ਦਾ ਦਿਨ ਦਿੱਤਾ ਗਿਆ, ਜੰਤਰ ਮੰਤਰ ਦੇ ਵਿੱਚ ਔਰਤਾਂ ਦੀ ਸੰਸਦ ਚਲਾਉਣ ਦਾ, ਉਸ ਸੰਸਦ ਦੇ ਵਿੱਚ ਜਿੰਨੇ ਵੀ ਕਾਨੂੰਨ, 3 ਕਾਨੂੰਨਾਂ ਤੇ ਵਿਸ਼ੇਸ਼ ਚਰਚਾ ਹੋਈ ਹੈ, ਤੇ ਮੈਂ ਇਹਦੇ ਵਿੱਚ ਵਿਸ਼ੇਸ਼ ਜਿਹੜੀ ਵਿਸ਼ੇਸ਼ਤਾ ਹੈ ਜਾਂ ਵਿਲੱਖਣਤਾ, ਉਹਦੀ ਇਹ ਗੱਲ ਕਰਾਂਗੀ ਕਿ ਜਿੰਨੀਆਂ ਵੀ ਵੱਖ-ਵੱਖ ਸਟੇਟਾਂ ਤੋਂ ਔਰਤਾਂ ਆਈਆਂ ਹੋਈਆਂ ਸੀਗੀਆਂ, ਪੰਜਾਬ, ਹਰਿਆਣਾ, ਰਾਜਸਥਾਨ, ਹੋਰਨਾਂ ਸਟੇਟਾਂ ਤੋਂ ਪੜ੍ਹੀਆਂ ਲਿਖੀਆਂ ਵੀ ਸਾਡੀਆਂ ਭੈਣਾਂ ਸੀ, ਤੇ ਜਿਹੜੀਆਂ ਪੇਂਡੂ ਖੇਤਰ ਦੇ ਵਿੱਚੋਂ ਆਈਆਂ ਹੋਈਆਂ ਸੀ, ਜਿਨ੍ਹਾਂ ਨੂੰ ਸਿੱਧਾ ਖੇਤੀ ਨਾਲ ਜੁੜੀਆਂ ਹੋਈਆਂ ਸੀ, ਤੇ ਇਹਨਾਂ ਕਾਨੂੰਨਾਂ ਦਾ ਅਸਰ ਪਤਾ ਕਿ ਇਹਨਾਂ ਕਾਨੂੰਨਾਂ ਨੇ ਸਾਡੇ ਤੇ ਮਾਰ ਕਿੰਨੀ ਪਾਉਣੀ ਹੈਗੀ ਹੈ। ਤੇ ਖਾਸ ਕਰਕੇ ਜਿਹੜਾ ਜ਼ਰੂਰੀ ਵਸਤਾਂ ਦਾ ਐਕਟ ਹੈ, ਉਹਦੇ ਤੇ ਉਹਨਾਂ ਨੇ ਭਰਪੂਰ ਚਰਚਾ ਕੀਤੀ, ਤੇ ਜਿਹੜੇ ਉਹਦੇ ਮਾੜੇ ਪ੍ਰਭਾਵ ਪੈਣੇ ਹੈ ਉਹਦੇ ਬਾਰੇ ਦੱਸਿਆ ਕਿ ਪਹਿਲਾਂ ਹੀ ਭਾਰਤ ਵਰਗੇ ਮੁਲਕਾਂ ਦੇ ਵਿੱਚ ਜਿੱਥੇ ਅਨਾਜ ਗਰੀਬਾਂ ਨੂੰ ਘੱਟ ਮਿਲਦਾ ਹੈ, ਖੂਨ ਦੀ ਕਮੀ ਦੇ ਨਾਲ ਮੌਤਾਂ ਹੁੰਦੀਆਂ ਨੇ, ਜੱਚਾ ਬੱਚਾ ਦੀਆਂ ਮੌਤਾਂ ਹੁੰਦੀਆਂ ਨੇ, ਤੇ ਬਹੁਤ ਸਾਰੇ ਲੋਕ 2 ਡੰਗ ਦੀ ਰੋਟੀ ਤੋਂ ਭੁੱਖੇ ਸੌਂਦੇ ਨੇ, ਕਿ ਜਦੋਂ ਇਹ ਕਾਨੂੰਨ ਲਾਗੂ ਹੋਣਗੇ ਤਾਂ ਇਹਨਾਂ ਦਾ ਕਿੱਡਾ ਮਾੜਾ ਅਸਰ ਪੈਣਾ ਹੈ। ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਵਾਸਤੇ ਉਹਨਾਂ ਨੇ ਬਹੁਤ ਚਰਚਾ ਕੀਤੀ। ਜੀ ਬਿੰਦੂ ਜੀ, ਮੈਂ ਵਾਪਸ ਆਵਾਂਗਾ ਇਸ ਮੁੱਦੇ ਤੇ ਤੁਹਾਡੇ ਤੇ। ਮੈਂ ਡਾਕਟਰ ਕਮਲਜੀਤ ਤੁਹਾਡੇ ਤੋਂ ਸਵਾਲ ਲੈਣ ਲੱਗਿਆ ਹਾਂ। ਕਿਸਾਨ ਸੰਸਦ, ਇੱਕ ਦਿਨ ਬੀਬੀਆਂ ਨੇ ਚਲਾਈ ਸੰਸਦ, ਬੀਬੀਆਂ ਵੱਲੋਂ ਸੰਸਦ ਚਲਾਉਣ ਦੀ ਜਿਹੜੀ ਅਹਿਮੀਅਤ ਹੈ, ਭੂਮਿਕਾ ਹੈ, ਉਸ ਨੂੰ ਡਾਕਟਰ ਕਮਲਜੀਤ ਤੁਸੀਂ ਕਿਵੇਂ ਦੇਖ ਰਹੇ ਹੋ? ਕਿਸਾਨ ਮੋਰਚੇ ਨੇ ਜਦੋਂ ਇਹ ਤੈਅ ਕੀਤਾ ਕਿ ਇੱਕ ਦਿਨ ਔਰਤਾਂ ਦੀ ਮਹਿਲਾ ਸੰਸਦ ਹੋਏਗੀ, ਇੱਕ ਜਿਹੜੀ ਵੂਮਨ ਪਾਰਲੀਮੈਂਟ ਹੈ, ਇਹ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਜਿਹੜੀਆਂ ਨੇ ਔਰਤਾਂ ਦੇ ਮੁੱਦਿਆਂ ਤੇ ਪਾਰਲੀਮੈਂਟ ਕਰ ਚੁੱਕੇ ਹਾਂ, ਪਰ ਇਹ ਜਿਹੜੀ ਵਿਲੱਖਣ ਸੀ ਕਿ SKM ਨੇ ਔਰਤਾਂ ਦੀ ਜਿਹੜੀ ਸਾਡੀ ਐਗਰੀਕਲਚਰ ਦੇ ਵਿੱਚ ਭਾਗੀਦਾਰੀ ਹੈ ਉਸ ਨੂੰ ਕੰਸੀਡਰ ਕਰਦੇ ਹੋਏ ਇਹ ਕਿਹਾ ਕਿ ਔਰਤਾਂ ਜਾ ਕੇ ਆਪਣੀ ਗੱਲ ਕਹਿਣ। ਔਰ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਸੀ, ਜਿਸ ਦੇ ਉੱਤੇ ਸਪੈਸ਼ਲੀ ਉਸ ਦਿਨ ਚਰਚਾ ਹੋਈ ਸੀ, ਕੱਲ ਜਿਹੜੀ ਹੈ ਅਸੀਂ ਕੀਤੀ, ਉਹਦੇ ਨਾਲ ਇਹ ਹੋਇਆ ਕਿ ਇਸ ਐਸੈਂਸ਼ੀਅਲ ਕਮੋਡਿਟੀ ਐਕਟ ਦਾ ਚੁੱਲ੍ਹੇ ਤੋਂ ਲੈ ਕੇ ਖੇਤ ਤੱਕ, ਖੇਤ ਤੋਂ ਲੈ ਕੇ ਸੜਕ ਤੱਕ, ਤੇ ਸੜਕ ਤੋਂ ਲੈ ਕੇ ਸਾਡੇ ਜਿਹੜੇ ਹੈ ਸੰਸਦ ਤੱਕ ਉਸ ਦਾ ਕੀ ਅਸਰ ਹੈ। ਸੋ ਇੱਕ ਗੱਲ ਤੇ ਇਹ ਲਾਜ਼ਮੀ ਹੋਈ ਕਿ ਔਰਤਾਂ ਘਰ ਵੀ ਚਲਾ ਸਕਦੀਆਂ, ਖੇਤ ਵੀ ਚਲਾ ਸਕਦੀਆਂ, ਤੇ ਸੰਸਦ ਵੀ ਚਲਾ ਸਕਦੀਆਂ। ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਇੱਕੋ ਦਿਨ ਦੇ ਵਿੱਚ 200 ਔਰਤਾਂ ਦੇ ਵਿੱਚੋਂ 110 ਔਰਤਾਂ ਨੇ ਬਿੱਲ ਦੇ ਉੱਤੇ ਬਹਿਸ ਕੀਤੀ ਤੇ ਕੁਐਸਚਨ ਆਰ ਦੇ ਵਿੱਚ ਕੁਐਸਚਨ ਪੁੱਛੇ। ਤੇ ਅੱਜ ਦਾ ਜਿਹੜਾ ਹੈ, ਜਿਹੜੀ ਇਹਦਾ ਇੱਕ ਵੱਡਾ ਜਿਹੜਾ ਲੈਸਨ ਜਾਂਦਾ ਸਾਡੀ ਸਰਕਾਰ ਨੂੰ, ਕਿ ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਿਉਂਕਿ ਉਹਦੇ ਵਿੱਚ 5 ਅਸੀਂ ਰੈਜ਼ੋਲੂਸ਼ਨ ਵੀ ਪਾਸ ਕੀਤੇ, ਕਿਉਂਕਿ ਬਿੰਦੂ ਜੀ ਵੀ ਡਿਪਟੀ ਸਪੀਕਰ ਦੇ ਤੌਰ ਤੇ ਉੱਥੇ ਇੱਕ ਸੈਸ਼ਨ ਦੇ ਵਿੱਚ ਬੈਠੇ, ਮੈਂ ਵੀ ਡਿਪਟੀ ਸਪੀਕਰ ਦੇ ਤੌਰ ਤੇ ਬੈਠੀ ਔਰ ਬਹਿਸ ਦੇ ਵਿੱਚ ਵੀ ਹਿੱਸਾ ਲਿਆ, ਬਲਬੀਰ ਜੀ ਵੀ ਉੱਥੇ ਜਿਹੜਾ ਹੈ ਆਪਣੇ ਤੌਰ ਤੇ ਇਹਨਾਂ ਨੇ ਪਾਰਟਿਸਿਪੇਟ ਕੀਤਾ। ਇੱਥੇ ਇੱਕ ਗੱਲ ਜਿਹੜੀ ਕਹਿਣ ਬਹੁਤ ਜ਼ਰੂਰੀ ਹੈ, ਉਹ ਇਹ ਹੈ ਕਿ ਜਿਹੜੀਆਂ ਸਾਡੀਆਂ ਮਹਿਲਾ ਕਿਸਾਨ ਨੂੰ ਅਜੇ ਤੱਕ ਕਿਸਾਨ ਮੰਨਿਆ ਹੀ ਨਹੀਂ ਗਿਆ, ਜਦੋਂ ਕਿ 29% ਸਿੱਧੇ ਤੌਰ ਤੇ ਸਾਡੀ ਖੇਤੀਬਾੜੀ ਕਰਦੀਆਂ ਨੇ ਤੇ 80% ਸਾਡੀਆਂ ਅਸਿੱਧੇ ਤੌਰ ਤੇ ਜੁੜੀਆਂ ਹੋਈਆਂ ਨੇ। ਤੇ ਉੱਥੇ ਜਿਹੜੇ ਸਾਡੇ 4 ਰੈਜ਼ੋਲੂਸ਼ਨ ਆਏ, ਉਹ 33% ਰਿਜ਼ਰਵੇਸ਼ਨ ਦੇ ਨਾਲ ਔਰਤ ਦੀ ਜਿਹੜੀ ਇੱਕ ਕਿਸਾਨ ਦੇ ਤੌਰ ਤੇ ਜਿਹੜਾ ਅੰਕਿਤ ਕਰਨ ਦਾ ਜਿਹੜਾ ਮੁੱਦਾ ਸੀ, ਉਸ ਨੂੰ ਵੱਡੇ ਪੱਧਰ ਤੇ ਕੀਤਾ ਗਿਆ। ਤੇ ਨਾਲ ਦੀ ਨਾਲ ਸੰਸਦ ਨੂੰ ਇਹ ਗੱਲ ਜਿਹੜੀ ਆ ਪਾਰਲੀਮੈਂਟ ਚੱਲ ਰਹੀ ਮੋਦੀ ਸਰਕਾਰ ਨੂੰ ਇਹ ਗੱਲ ਕਹੀ ਗਈ ਕਿ ਔਰਤਾਂ ਦੀ ਭਾਗੀਦਾਰੀ ਤੋਂ ਬਿਨਾਂ ਸਮਾਜ ਦਾ, ਚਾਹੇ ਉਹ ਐਗਰੀਕਲਚਰ ਹੈ ਜਾਂ ਸੰਸਦ ਹੈ, ਉਹ ਨਹੀਂ ਚੱਲੇਗੀ। ਤੇ ਇਸ ਦੇ ਨਾਲ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਉੱਥੇ ਗੱਲ ਆਪਣੀ ਰੱਖੀ, ਔਰ ਗ੍ਰਾਸ ਰੂਟ ਲੈਵਲ ਦੀਆਂ ਔਰਤਾਂ, ਸਾਡੀਆਂ ਰੂਰਲ ਔਰਤਾਂ, ਔਰ ਉਹਦੇ ਵਿੱਚ ਜਿਹੜਾ ਇੱਕ ਬਹੁਤ ਵਿਸ਼ੇਸ਼ ਸੀ, ਜਿਹੜੀਆਂ ਬਹੁਤ ਦੇਰ ਤੋਂ ਆਰਥਿਕ ਮੁੱਦਿਆਂ ਦੀਆਂ ਮਾਹਰ ਔਰਤਾਂ ਵੀ ਇਹਦੇ ਵਿੱਚ ਸ਼ਾਮਲ ਹੋਈਆਂ। ਤੇ 8 ਸਾਡੀਆਂ ਸਟੇਟਸ 8 ਸਟੇਟਸ ਦੀਆਂ ਔਰਤਾਂ। ਜੀ ਡਾਕਟਰ ਕਮਲਜੀਤ, ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਹੋਰ ਸਵਾਲ ਜਿਹੜਾ ਕਿ ਹੈ, ਮੈਂ ਜਦੋਂ ਆਪਾਂ ਪੇਂਡੂ ਔਰਤਾਂ ਦੀ ਭਾਗੀਦਾਰੀ ਦੀ ਗੱਲ ਕਰਦੇ ਹਾਂ, ਇੱਕ ਸਵਾਲ ਇਹ ਵੀ ਹੈ ਜਿਹੜੇ ਦਰਸ਼ਕ ਸੁਣ ਰਹੇ ਤੇ ਦੇਖ ਰਹੇ ਹੈ ਕਿ ਇਹਨਾਂ ਔਰਤਾਂ ਦੇ ਵਿੱਚ ਜਿਹੜੀਆਂ ਖਾਸ ਤੌਰ ਤੇ ਦਲਿਤ ਜਾਂ ਜਿਹੜੀਆਂ ਮਜ਼ਦੂਰ ਵਰਗ ਦੀਆਂ, ਕੱਟੀ ਵਰਗ ਦੀਆਂ ਔਰਤਾਂ ਸੀ, ਉਹਨਾਂ ਦੀ ਪਾਰਟਿਸਿਪੇਸ਼ਨ ਵੀ ਰਹੀ ਹੈ, ਜਾਂ ਜਿਹੜੀਆਂ ਕਿਸਾਨ ਮਹਿਲਾਵਾਂ ਜਿਹਦੀ ਤੁਸੀਂ ਗੱਲ ਕਰਦੇ ਆ, ਕਿਸਾਨ ਔਰਤਾਂ ਦੀ ਵੀ ਪਾਰਟਿਸਿਪੇਸ਼ਨ ਰਹੀ?
ਕਿਉਂਕਿ ਇਹ ਜਿਹੜਾ ਬਿੱਲ ਹੈ ਇਹ ਕੇਵਲ ਕਿਸਾਨਾਂ ਨੇ ਤੇ ਕਿਸਾਨ ਔਰਤ ਨੂੰ ਤਾਂ ਸਿੱਧੇ ਤੌਰ ਤੇ ਜਿਹੜਾ ਹੈ ਪ੍ਰਭਾਵਿਤ ਕਰਦਾ ਹੈ ਤੇ ਸਾਡੀਆਂ ਜਿਹੜੀਆਂ ਐਗਰੀਕਲਚਰ ਦੇ ਵਿੱਚ ਜਿਹੜੀਆਂ ਸਾਡੀਆਂ ਮਜ਼ਦੂਰ ਔਰਤਾਂ ਨੇ, ਸਾਡੀਆਂ ਦਲਿਤ ਔਰਤਾਂ ਨੇ, ਇਹ ਬਿੱਲ ਉਸ ਨੂੰ ਵੀ ਬਹੁਤ ਜਿਹੜਾ ਅਫੈਕਟ ਕਰੇਗਾ। ਇੱਥੋਂ ਤੱਕ ਕਿ ਇਹ ਪ੍ਰਚਾਰ ਗਲਤ ਕੀਤਾ ਗਿਆ ਕਿ ਜੇ ਮੱਧ ਵਰਗੀ ਅਰਬਨ ਜਿਹੜੇ ਸਾਡੇ ਪੀਪਲ ਨੇ ਉਹਨਾਂ ਨੂੰ ਨਹੀਂ ਇਹ ਅਫੈਕਟ ਕਰੇਗਾ, ਜਦੋਂ ਕਿ ਸਾਰੇ ਦੇ ਸਾਰੇ ਤਿੰਨੇ ਬਿੱਲ ਸੰਸਦ ਨੇ ਇਕਜੁੱਟ ਹੋ ਕੇ ਰੱਦ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਤੇ ਇਸ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਜਿਹੜਾ ਸਾਡੀ ਅਰਬਨ ਜਿਹੜੀ ਪਾਪੂਲੇਸ਼ਨ ਨੂੰ ਵੀ ਸਿੱਧੇ ਤੌਰ ਤੇ ਇਫੈਕਟ ਕਰਦਾ ਹੈ, ਹੇਠਲੀ ਮੱਧ ਸ਼੍ਰੇਣੀ ਨੂੰ ਵੀ ਸਿੱਧੇ ਤੌਰ ਤੇ ਇਫੈਕਟ ਕਰਦਾ ਹੈ। ਇਸ ਕਰਕੇ ਹਰ ਵਰਗ ਦੀਆਂ ਔਰਤਾਂ ਇਸ ਦੇ ਵਿੱਚ ਸ਼ਾਮਲ ਹੋਈਆਂ ਤੇ ਇਹ ਗੱਲ ਵੱਡੇ ਪੱਧਰ ਤੇ ਅਸੀਂ ਉਹਨੂੰ ਮੋਦੀ ਸਰਕਾਰ ਨੂੰ ਕਹਿਣ ਚ ਕਾਮਯਾਬ ਹੋਏ ਕਿ ਇਹ ਜਿਹੜਾ ਤੁਸੀਂ ਗੁੰਮਰਾਹ ਕਰਨ ਦੀ ਕਿਸਾਨਾਂ ਦੀ ਗੱਲ ਕਰਦੇ ਹੋ, ਇਹ ਗੁੰਮਰਾਹ ਨਹੀਂ, ਗੁੰਮਰਾਹ ਤੇ ਸਰਕਾਰ ਹੋਈ ਹੈ ਕਾਰਪੋਰੇਟ ਵਰਲਡ ਤੋਂ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਮੈਂ ਵਾਪਸ ਆਵਾਂਗਾ ਇਸ ਮੁੱਦੇ ਤੇ ਤੁਹਾਡੇ ਵੱਲ। ਬਲਵੀਰ ਜੀ ਜਿਸ ਮਾਮਲੇ ਤੇ ਗੱਲ ਕਰ ਸਕਦੇ ਹਾਂ, ਜਿੱਦਾਂ ਡਾਕਟਰ ਕਮਲਜੀਤ ਉਹਨਾਂ ਨੇ ਕਿਹਾ ਕਿ ਸੰਸਦ ਨੇ ਮੋਦੀ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਗੁੰਮਰਾਹ ਕਿਸਾਨ ਨਹੀਂ ਹੋਏ, ਗੁੰਮਰਾਹ ਸਰਕਾਰ ਹੋਈ ਹੈ। ਜਦੋਂ ਆਪਾਂ ਕਿਸਾਨਾਂ ਦੇ 8 ਮਹੀਨੇ ਦੇ ਅੰਦੋਲਨ ਦੀ ਗੱਲ ਕਰਦੇ ਹਾਂ, ਇਹ ਵੀ ਬਹੁਤ ਵੱਡੀ ਗੱਲ ਹੈ ਕਿ ਇਹਨਾਂ 8 ਮਹੀਨਿਆਂ 'ਚ ਕਿਸਾਨ ਅੰਦੋਲਨ ਨੇ ਤਾਂ ਦੱਸ ਹੀ ਦਿੱਤਾ ਕਿ ਅਸੀਂ ਨਾ ਅੱਕੇ ਆ ਨਾ ਥੱਕੇ ਆ, ਪਰ ਸਰਕਾਰ ਦਾ ਜਿਹੜਾ ਅੜੀਅਲ ਵਤੀਰਾ ਹੈ ਉਹਦੇ 'ਚ ਔਰਤਾਂ ਨੂੰ ਕਿਵੇਂ ਲਿਆ ਜਾ ਰਿਹਾ ਕਿ ਲਗਾਤਾਰ 8 ਮਹੀਨਿਆਂ ਤੋਂ ਸਰਕਾਰ ਆਪਣੀ ਜਿੱਦ ਤੇ ਅੜੀ ਬੈਠੀ ਹੈ ਕਿ 3 ਖੇਤੀ ਕਾਨੂੰਨ ਰੱਦ ਨਹੀਂ ਹੋਣੇ। ਬਲਵੀਰ ਜੀ ਕਿਵੇਂ ਦੇਖਦੇ ਹੋ ਇਸ ਅੜੀਅਲ ਵਤੀਰੇ ਨੂੰ, ਔਰਤਾਂ ਕਿਵੇਂ ਸੋਚਦੀਆਂ ਇਹਦੇ ਬਾਰੇ? ਬਿਲਕੁਲ ਸਰ, ਕਿਉਂਕਿ ਜਿਹੜੀ ਕੱਲ ਪਾਰਲੀਮੈਂਟ ਹੋਈ, ਮੈਨੂੰ ਲੱਗਿਆ ਕਿ ਪਹਿਲੀ ਵਾਰ ਜਿਹੜੀਆਂ ਔਰਤਾਂ ਨੇ, ਜੇ ਇੱਕ ਪਾਸੇ ਸਾਡੀ ਪਿੰਡ ਦੀ ਅਨਪੜ੍ਹ ਬੀਬੀ ਉਹਦੇ ਵਿੱਚ ਸ਼ਾਮਲ ਹੋਈ ਤਾਂ ਦੂਜੇ ਪਾਸੇ ਪੜ੍ਹੀਆਂ ਲਿਖੀਆਂ ਡਾਕਟਰ, ਵਕੀਲ, ਅਧਿਆਪਕ, ਕੋਈ ਪੇਸ਼ਾ ਨਹੀਂ ਮੈਨੂੰ ਲੱਗਿਆ ਵੀ ਕੋਈ ਹੋਣਾ ਹੈ ਜਿਹਨੇ ਉੱਥੇ ਐਜ਼ MP ਆਪਣੀ ਗੱਲ ਨਾ ਰੱਖੀ ਹੋਵੇ। ਕਿਉਂਕਿ ਜਦੋਂ ਤੋਂ ਇਹ ਅੰਦੋਲਨ ਚੱਲਿਆ, ਔਰਤਾਂ ਦੀ ਜਿਹੜੀ ਪਾਰਟਿਸਪੇਸ਼ਨ ਹੈ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਰਹੀ ਹੈ ਤੇ ਕੱਲ ਉਹਨਾਂ ਨੇ ਇੱਕ ਨਵਾਂ ਇਤਿਹਾਸ ਸਿਰਜਿਆ ਐਜ਼ MP। ਕਿਉਂਕਿ ਜਿਹੜੀਆਂ ਗੱਲਾਂ ਅਸੀਂ ਪਿੰਡਾਂ ਦੇ ਵਿੱਚ, ਸੱਥਾਂ ਦੇ ਵਿੱਚ ਅਸੀਂ ਔਰਤਾਂ ਨੂੰ ਲੈ ਕੇ, ਚੁੱਲ੍ਹਿਆਂ ਤੋਂ ਲੈ ਕੇ ਅਸੀਂ ਲੜਨ ਦੇ ਯੋਗ, ਯਾਨੀ ਕਿ ਸੰਘਰਸ਼ਾਂ ਦੇ ਯੋਗ ਔਰਤਾਂ ਬਣੀਆਂ ਨੇ, ਤਾਂ ਕੱਲ ਉਹ ਐਜ਼ MP ਵੀ ਕਿਹੜੇ ਕਾਨੂੰਨ ਸਾਡੇ ਲਈ ਚੰਗੇ ਆ ਤੇ ਇਹਨਾਂ ਕਾਨੂੰਨਾਂ ਦੇ ਸਾਡੇ ਤੇ ਕੀ ਅਸਰ ਪੈਣੇ ਆ, ਕਿਹੜੇ ਕਾਨੂੰਨ ਸਾਡੇ ਲਈ ਮਾੜੇ ਆ, ਕੀ ਇਫੈਕਟ ਕਰਦੇ ਆ, ਇਹਨਾਂ ਸਾਰੀਆਂ ਗੱਲਾਂ ਨੂੰ ਨਾ ਔਰਤਾਂ ਨੇ ਵਿਚਾਰਿਆ। ਇਹ ਇੱਕ ਮੈਂ ਕਹਿੰਦੀ ਹਾਂ ਅੰਦੋਲਨ ਦੀ ਬਹੁਤ ਵੱਡੀ ਪ੍ਰਾਪਤੀ ਹੈ। ਕਿਉਂਕਿ ਜਿਹੜੀਆਂ ਔਰਤਾਂ ਸਿਰਫ ਜਿਨ੍ਹਾਂ ਨੂੰ ਇਹ ਸਮਝਿਆ ਜਾਂਦਾ ਸੀ ਚੁੱਲ੍ਹਿਆਂ 'ਚ ਰੋਟੀਆਂ ਪਕਾਉਣ ਜਾਂਦੀਆਂ ਨੇ ਜਾਂ ਲੰਗਰਾਂ ਦੇ ਵਿੱਚ, ਜਦੋਂ ਦਾ ਅੰਦੋਲਨ ਚੱਲਿਆ ਵੀ ਉੱਥੇ ਸਿਰਫ ਔਰਤਾਂ ਲੰਗਰਾਂ ਪਕਾਉਣ ਪਿੱਛੇ ਜਥੇਬੰਦੀਆਂ ਵਾਲੇ ਲਿਆ ਰਹੇ ਨੇ, ਤਾਂ ਮੈਂ ਕਹਿੰਦੀ ਹਾਂ ਉਸ ਕਲੰਕ ਨੂੰ ਬਿਲਕੁਲ ਧੋਤਾ ਗਿਆ। ਕਿਉਂਕਿ ਜਿਹੜੀਆਂ ਔਰਤਾਂ ਨੇ ਉਹ ਐਜ਼ ਏ, ਜੇ ਅਸੀਂ ਕਹਾਂਗੇ ਅੰਨਦਾਤਾ ਦੇ ਨਾਲ ਮੋਢੇ ਜੋੜ ਕੇ ਖੇਤਾਂ 'ਚ ਕੰਮ ਕਰਦੀਆਂ ਨੇ, ਰਸੋਈ 'ਚ ਕੰਮ ਕਰਦੀਆਂ ਨੇ, ਤਾਂ ਬਾਰਡਰਾਂ ਦੇ ਉੱਪਰ ਬੈਠ ਕੇ ਕਾਨੂੰਨ ਨੂੰ, ਕੀ ਕਾਨੂੰਨ ਦੇ ਇਫੈਕਟ ਨੇ, ਇਹ ਦੱਸਣ ਦੇ ਵਿੱਚ ਵੀ ਮਹਾਰਤ ਜਿਹੜੀਆਂ ਔਰਤਾਂ ਨੇ ਹਾਸਲ ਕਰ ਲਈ ਹੈ। ਅੱਜ ਸਾਡਾ ਜਿਹੜਾ ਅੰਦੋਲਨ ਹੈ ਜਿਸ ਸਟੇਜ ਤੇ ਹੈ, ਤਾਂ ਜਿਹੜਾ ਮੋਦੀ ਸਰਕਾਰ ਦੇ ਜਿਹੜੇ ਵੱਖ-ਵੱਖ ਬਿਆਨ ਆ ਰਹੇ ਨੇ, ਪਹਿਲਾਂ ਇਹ ਕਿਹਾ ਗਿਆ ਸੀ ਵੀ ਔਰਤਾਂ ਬਾਰਡਰਾਂ ਤੇ ਰੱਖੀਆਂ ਹੋਈਆਂ ਨੇ, ਸਾਨੂੰ ਅਸੀਂ ਉਸ ਮੁੱਦੇ ਤੇ ਬਹੁਤ ਇਹਨਾਂ ਦੇ ਖਿਲਾਫ ਬੋਲੇ ਵੀ ਸੀ। ਕਿਉਂਕਿ ਜਿਹੜਾ ਇਹ ਰੱਖਿਆ ਸ਼ਬਦ ਇਹਨਾਂ ਨੇ ਸਾਡੇ ਲਈ ਬਹੁਤ, ਅਸੀਂ ਕਹਾਂਗੇ ਨਿਰਾਸ਼ਾਜਨਕ ਜਿਹੜੇ ਸ਼ਬਦ ਸਾਡੇ ਲਈ ਵਰਤੇ ਸੀ। ਪਰ ਜਿਹੜੀਆਂ ਔਰਤਾਂ ਨੇ ਕੱਲ ਜਿਹੜੀ ਸੰਸਦ ਚਲਾਈ, ਪਾਰਲੀਮੈਂਟ ਚਲਾਈ, ਤਾਂ ਇੱਕ ਆਪਣੇ ਆਪ ਵਿੱਚ ਵਿਲੱਖਣਤਾ ਸੀ। ਜੇ ਉੱਥੇ ਇੱਕ ਮੈਂ ਗੱਲ ਕਰਾਂ, ਇੱਕ ਲੜਕੀ, 2 ਲੜਕੀਆਂ ਇਹੋ ਜਿਹੀਆਂ ਬੋਲੀਆਂ ਜਿਨ੍ਹਾਂ ਦੇ 14-15 ਦਿਨ ਘਰ ਦੇ ਵਿੱਚ ਡੈਥ ਹੋਈ ਸੀ, ਸਕੇ ਬ੍ਰਦਰ ਦੀ ਡੈਥ ਹੋਈ ਸੀ, ਉਹ ਫਿਰ ਵੀ ਉਸ ਉੱਥੇ ਬੈਠੀ ਜਿਹੜੀ ਹੈ ਕੁਐਸਚਨ ਪੁੱਛ ਰਹੀ ਸੀ ਤੇ ਆਪਣੀ ਜਿਹੜੇ ਵਿਚਾਰ ਇਸ ਕਾਨੂੰਨ ਤੇ ਦੱਸ ਰਹੀ ਸੀ। ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਔਰਤਾਂ ਜਿਹੜੀਆਂ ਹੈਗੀਆਂ ਨੇ ਸੰਘਰਸ਼ ਦੇ ਵਿੱਚ ਹੁਣ ਪੂਰੀ ਤਰ੍ਹਾਂ ਨਿੱਤਰ ਚੁੱਕੀਆਂ ਨੇ। ਇਸ ਅੰਦੋਲਨ ਨੇ ਇੱਕ ਨਵਾਂ ਇਤਿਹਾਸ ਔਰਤ ਵੱਲੋਂ ਸਿਰ ਦਿੱਤਾ ਹੈ। ਬਿਲਕੁਲ, ਥੈਂਕ ਯੂ ਵੈਰੀ ਮਚ। ਬਿੰਦੂ ਜੀ, ਇਸੇ ਮੁੱਦੇ ਤੇ ਮੈਂ ਸਵਾਲ ਲੈਣਾ ਚਾਹਾਂਗਾ। ਸਵਾਲ ਤਾਂ ਹੋਰ ਵੀ ਆ, ਪਰ ਕਿਉਂਕਿ ਜਿੱਦਾਂ ਬਲਵੀਰ ਜੀ ਨੇ ਗੱਲ ਕਹੀ ਹੈ, ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਦੇ ਖਾਲਿਸਤਾਨੀ, ਕਦੇ ਨਕਸਲੀ, ਕਦੇ ਗੁੰਡਾ ਐਲੀਮੈਂਟ, ਕਦੇ ਇਸ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਆ ਘਟੀਆ ਢੰਗ ਦੇ ਨਾਲ ਜਿਹੜਾ ਪ੍ਰਚਾਰ ਆ ਉਹ ਕੀਤਾ ਗਿਆ। ਜਦੋਂ ਹੁਣ ਔਰਤਾਂ ਦੀ ਐਡੀ ਵੱਡੀ ਪੱਧਰ ਤੇ ਪਾਰਟਿਸਪੇਸ਼ਨ ਹੈ, ਤੁਸੀਂ ਜਿਹੜਾ ਕਿਸਾਨ ਸੰਸਦ ਵੀ ਚਲਾ ਕੇ ਆਏ ਹੋ, ਔਰਤਾਂ ਦੀ ਜਿਹੜੀ ਪਾਰਟਿਸਪੇਸ਼ਨ ਹੈ, ਇਹ ਲੱਗਦਾ ਹੈ ਕਿ ਜਿਹੜੇ ਇਦਾਂ ਦੇ ਦੂਸ਼ਣ ਹੈ ਹਾਕਮ ਧਿਰਾਂ ਵੱਲੋਂ ਲਾਏ ਗਏ ਹੈ, ਉਹਨਾਂ ਦੇ ਮੂੰਹ ਤੇ ਸਿੱਧੇ ਤੌਰ ਤੇ ਚਪੇੜ ਨਹੀਂ, ਇਸ ਗੱਲ ਦਾ ਸੁਨੇਹਾ ਨਹੀਂ ਕਿ ਅੰਦੋਲਨ ਕਿੰਨਾ ਪਵਿੱਤਰ ਹੈ, ਔਰਤਾਂ ਦੀ ਹਿੱਸੇਦਾਰੀ ਸੁਨੇਹਾ ਦਿੰਦੀ ਹੈ। ਬਿੰਦੂ ਜੀ, ਇਸ ਗੱਲ ਦਾ? ਹਾਂਜੀ, ਬਿਲਕੁਲ ਦਿੰਦੀ ਹੈਗੀ ਆ। ਉਹਨਾਂ ਨੇ ਸ਼ੁਰੂ ਤੋਂ ਹੀ ਇਸ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ, ਜਦੋਂ ਤੋਂ ਹੀ ਔਰਤਾਂ ਅੰਦੋਲਨ ਦੇ ਵਿੱਚ ਆਈਆਂ ਨੇ, ਉਦੋਂ ਤੋਂ ਹੀ ਇਹਨਾਂ ਦੀਆਂ ਸੁਪਰੀਮ ਕੋਰਟ ਦੇ ਵੱਲੋਂ
ਇਹਨਾਂ ਦੀ ਜੋ ਕੰਗਨਾ ਰਣੌਤ ਵਰਗੀਆਂ ਵੱਲੋਂ ਜਾਂ ਹੁਣ ਮੀਨਾਕਸ਼ੀ ਵਰਗੀਆਂ ਜਿਹੜੀਆਂ ਉਹਨਾਂ ਦੇ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਇਹ ਗੁੰਡੇ ਨੇ, ਮਵਾਲੀ ਨੇ, ਖਾਲਿਸਤਾਨੀ, ਮਾਓਵਾਦੀ। ਇਹਨਾਂ ਹਾਕਮ ਜਮਾਤਾਂ ਨੇ ਚਾਲਾਂ ਚੱਲੀਆਂ, ਪਰ ਇਹ ਚਾਲਾਂ ਉਹਨਾਂ ਦੀਆਂ ਕਾਮਯਾਬ ਨਹੀਂ ਹੋਈਆਂ। ਕਿਸਾਨਾਂ ਦਾ ਸੰਘਰਸ਼ ਇੰਨਾ ਪਵਿੱਤਰ ਹੈ ਕਿ ਚਾਹੇ ਨਰਿੰਦਰ ਮੋਦੀ ਦੇ ਵੱਲੋਂ ਇਹਨਾਂ ਨੂੰ ਅੰਦੋਲਨ ਜੀਵੀ ਵੀ ਕਿਹਾ ਗਿਆ। ਇਹਨਾਂ ਨੇ ਕਿਹਾ ਕਿ ਇਹ ਤਾਂ ਅੰਦੋਲਨ ਜੀਵੀ ਨੇ, ਇਹਨਾਂ ਦਾ ਕੰਮ ਹੀ ਅੰਦੋਲਨ ਕਰਨਾ ਹੈਗਾ। ਉਹ ਸਾਰਿਆਂ ਦੇ ਵਿੱਚੋਂ ਕਿਸਾਨ ਅੰਦੋਲਨ ਨੇ ਇਹ ਗੱਲ ਸਾਬਤ ਕਰਕੇ ਰੱਖਤੀ ਹੈ ਕਿ ਇੱਥੇ ਦੋ ਜਮਾਤਾਂ ਨੇ, ਇੱਕ ਲੁੱਟਣ ਵਾਲਿਆਂ ਦੀ ਤੇ ਦੂਜੀ ਲੁੱਟੇ ਜਾਣ ਵਾਲਿਆਂ ਦੀ। ਉਹਦੇ ਵਿੱਚ ਸਾਰੇ ਨੌਜਵਾਨ, ਔਰਤਾਂ, ਕਿਰਤੀ ਵਰਗ, ਮੁਲਾਜ਼ਮ ਸਭ ਇਕਜੁੱਟ ਨੇ। ਸਾਰਿਆਂ ਤੇ ਇਹਨਾਂ ਕਾਨੂੰਨਾਂ ਦਾ ਅਸਰ ਹੈ ਕਿ ਉਹ ਇਕਜੁੱਟਤਾ ਜਿਹੜੀ ਉਹ ਦਿਖਾਈ ਹੈਗੀ ਹੈ। ਤੇ ਮੋਦੀ ਸਰਕਾਰ, ਬੀਜੇਪੀ ਸਰਕਾਰ ਬਖਲਾੜ ਚ ਆਈ ਹੋਈ ਹੈ। ਉਹਨਾਂ ਦੇ ਮੰਤਰੀ, ਉਹਨਾਂ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਹੈ, ਲੋਕ ਸਭਾ ਦੇ ਮੈਂਬਰ ਹੈ, ਮੰਤਰੀ ਹੈ, ਉਹ ਆਪ ਖੁਦ ਗੁੰਡੇ ਨੇ, ਮਵਾਲੀ ਨੇ, ਬਲਾਤਕਾਰੀਏ ਨੇ। ਕਦੇ ਯੂਪੀ ਦੇ ਵਿੱਚ ਅਦਿੱਤਿਆ ਜੋਗੀ ਦੀ ਸਰਕਾਰ ਦੇ ਵੱਲੋਂ ਗੁੰਡਿਆਂ ਦੇ ਨਾਲ ਰਲ ਕੇ ਉੱਥੇ ਦਲਿਤ ਵਰਗ ਦੀਆਂ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਜਾਂਦੇ ਨੇ, ਉਹਨਾਂ ਦੇ ਕਤਲ ਕੀਤੇ ਜਾਂਦੇ, ਉਹਨਾਂ ਦੇ ਦਿਨ ਦਿਹਾੜੇ ਚੀਰ ਹਰਨ ਹੁੰਦੇ ਨੇ। ਤੇ ਇੱਥੇ ਜੋ ਕਿਸਾਨੀ ਅੰਦੋਲਨ ਜੋ ਇਹ ਲੜਿਆ ਜਾ ਰਿਹਾ ਹੈ, ਇਹਦੇ ਵਿੱਚ ਬਹੁਤ ਸਾਰੀਆਂ ਨਵੀਆਂ ਪਿਰਤਾਂ ਪੈ ਰਹੀਆਂ ਨੇ, ਜਿਹੜੀਆਂ ਔਰਤਾਂ ਨੂੰ ਘਰਾਂ ਦੀ ਚਾਰ ਦੀਵਾਰੀ ਤੱਕ ਸੀਮਿਤ ਰੱਖਿਆ ਹੋਇਆ ਸੀਗਾ ਪਛਾਖੜੀ ਸੋਚ ਵਾਲਿਆਂ ਨੇ। ਅੱਜ ਉਹ ਔਰਤਾਂ ਘਰਾਂ ਚੋਂ ਬਾਹਰ ਨਿਕਲ ਕੇ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਦੋਂ ਵੀ ਮੂਰੇ ਅੰਦੋਲਨ ਕਰ ਰਹੀਆਂ ਨੇ, ਸੰਘਰਸ਼ ਕਰ ਰਹੀਆਂ ਨੇ। ਜੀ, ਥੈਂਕ ਯੂ ਵੈਰੀ ਮਚ ਡਾਕਟਰ ਕਮਲਜੀਤ। ਇਸ ਔਰਤਾਂ ਦੀ ਪਾਰਟਿਸਿਪੇਸ਼ਨ ਦਾ ਆਪਾਂ ਜ਼ਿਕਰ ਕਰ ਰਹੇ ਹਾਂ। 8 ਮਹੀਨਿਆਂ ਦਾ ਅੰਦੋਲਨ ਚੱਲ ਰਿਹਾ ਔਰ ਲਗਾਤਾਰ 8 ਮਹੀਨਿਆਂ ਤੋਂ, ਜਿੱਦਾਂ ਬਲਵੀਰ ਜੀ ਪਹਿਲਾਂ ਕਹਿ ਰਹੇ ਸੀ ਕਿ ਉਹ ਕਹਿੰਦੇ ਕਿ ਲੰਗਰ ਬਣਾਉਣ ਲਈ ਔਰਤਾਂ ਆਉਂਦੀਆਂ, ਇੱਦਾਂ ਦੇ ਕੰਮਾਂ ਲਈ ਉਹਨੂੰ ਰੱਖਿਆ ਗਿਆ, ਪਰ ਔਰਤਾਂ ਨੇ ਜਿਹੜਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਇਸ ਅੰਦੋਲਨ ਤੋਂ ਡਾਕਟਰ ਕਮਲਜੀਤ ਇੱਕ ਇਹ ਵੀ ਸੁਨੇਹਾ ਜਾਂਦਾ ਹੈ ਕਿ ਔਰਤਾਂ ਜਿਹੜੀਆਂ ਇਸ ਅੰਦੋਲਨ ਦੇ ਨਾਲ ਇੱਕ ਇਸ ਦੇਸ਼ ਦੇ ਅੰਦਰ ਇੱਕ ਪੂਰੀ ਸ਼ਕਤੀ ਬਣ ਕੇ ਉੱਭਰੀਆਂ ਕਿ ਔਰਤਾਂ ਕਿਸੇ ਵੀ ਅਨਿਆਂ ਦੇ ਖਿਲਾਫ ਡਟ ਸਕਦੀਆਂ, ਲੜ ਸਕਦੀਆਂ, ਮੂੰਹ ਤੋੜਵਾਂ ਜਵਾਬ ਦੇ ਸਕਦੀਆਂ। ਜੀ ਡਾਕਟਰ ਕਮਲਜੀਤ। ਜੀ, ਪਹਿਲੀ ਗੱਲ ਤੇ ਮੈਂ ਕਹਿ ਦਿਆਂ, ਜਿਹੜੀ ਬਿੰਦੂ ਹੋਰਾਂ ਨੇ ਗੱਲ ਕਹੀ ਹੈ ਕਿ ਬੀਜੇਪੀ ਗਵਰਨਮੈਂਟ ਵੱਲੋਂ ਵੱਖਰੇ ਵੱਖਰੇ ਜਿਹੜਾ ਹੈ ਨਾਵਾਂ ਨਾਲ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਤੇ ਜਿਸ ਤਰ੍ਹਾਂ ਉਹਨਾਂ ਨੇ ਵਾਲੀ ਜਾਂ ਹੋਰ ਇਸ ਤਰ੍ਹਾਂ ਦੇ ਸ਼ਬਦ ਵਰਤੇ। ਇਸੇ ਲਈ ਆਖਿਰ ਦੇ ਵਿੱਚ ਇੱਕ ਅਸੀਂ ਨਿੰਦਾ ਮਤਾ ਜਿਹੜਾ ਹੈ ਔਰਤਾਂ ਦੇ ਹਾਊਸ ਨੇ ਇਹ ਪੇਸ਼ ਕੀਤਾ ਤੇ ਜਿਹੜਾ ਕਿ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਜਿਹੜੇ ਗਲਤ ਔਰ ਅਨਕਲਚਰਡ ਸ਼ਬਦ ਵਰਤ ਰਹੇ ਨੇ। ਤੇ ਮੋੜਵੇਂ ਰੂਪ ਵਿੱਚ ਔਰਤਾਂ ਨੇ ਇਹ ਗੱਲ ਕਹੀ ਕਿ ਅਸੀਂ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਨੇ ਉਹ ਖੁਦ ਇਸ ਜ਼ਹਿਨੀਅਤ ਦੇ ਸ਼ਿਕਾਰ ਨੇ। ਦੂਸਰੀ ਵੱਡੀ ਗੱਲ ਇਹ ਹੈ ਕਿ ਔਰਤਾਂ ਪਹਿਲਾਂ ਵੀ ਅੰਦੋਲਨਾਂ ਦੇ ਵਿੱਚ ਸਨ, ਪਰ ਇਹ ਅੰਦੋਲਨ ਕਿਉਂਕਿ ਸੰਸਾਰ ਪੱਧਰ ਦੇ ਉੱਤੇ ਇਸ ਅੰਦੋਲਨ ਨੇ ਇਸ ਦਾ ਧਿਆਨ ਖਿੱਚਿਆ ਤੇ ਉਹਦੇ ਵਿੱਚ ਔਰਤਾਂ ਦੀ ਕੇਂਦਰ ਬਣ ਗਿਆ ਅੰਦੋਲਨ ਦਾ। ਜੀ, ਇੱਕ ਕੇਂਦਰ ਦੇ ਰੂਪ ਵਿੱਚ ਭਾਗੀਦਾਰੀ ਵੱਡੀ ਹੈ। ਅਸੀਂ ਇਹਨੂੰ ਪਵਿੱਤਰ ਅੰਦੋਲਨ ਕਹੀਏ, ਪਰ ਇਹ ਅੰਦੋਲਨ ਕਮਿਟਮੈਂਟ ਦਾ ਅੰਦੋਲਨ ਹੈ, ਇਹ ਜਾਗਰੂਕ ਲੋਕਾਂ ਦਾ ਅੰਦੋਲਨ ਹੈ। ਕਿਉਂਕਿ ਮੋਦੀ ਸਰਕਾਰ ਨੇ ਇਹ ਗੱਲ ਬਹੁਤ ਪਹਿਲਾਂ ਕਹੀ ਕਿ ਜਿਹੜੇ ਗੁੰਮਰਾਹ ਹੋਏ ਨੇ ਕਿਸਾਨ, ਗੁੰਮਰਾਹ ਕਿਸਾਨ ਨਹੀਂ ਹੋਏ, ਜਿਹੜੇ ਕਿਸਾਨੀ ਦੇ ਵਿੱਚ ਹੈ ਨੇ ਉਹ ਜਾਗਰੂਕ ਨੇ। ਉਹਨਾਂ ਨੇ ਪਹਿਲਾਂ ਹੀ ਉਸ ਜਿਹੜੇ ਸਾਡੇ ਲਾਜ਼ ਨੇ ਉਹਨਾਂ ਦੀ ਜਿਹੜੀ ਕਿਸਾਨ ਮਾਰੂ ਨੀਤੀਆਂ ਨੇ, ਕਿਉਂਕਿ ਕਾਰਪੋਰੇਟ ਦੇ ਹੱਕ 'ਚ ਨੇ, ਉਹਨੂੰ ਪਹਿਲੇ ਸਟੈਪ ਤੇ ਹੀ ਪਕੜ ਲਿਆ। ਸੋ ਇਸ ਕਰਕੇ ਜਿਹੜੀ ਔਰਤਾਂ ਦੀ ਸੋਸ਼ਲ ਚੇਂਜ ਹੈ, ਇਸ ਅੰਦੋਲਨ ਦੇ ਨਾਲ ਇੱਕ ਸੋਸ਼ਲ ਚੇਂਜ ਕਿ ਔਰਤਾਂ ਕੇਵਲ ਰੋਟੀ ਨਹੀਂ ਪਕਾਉਂਦੀਆਂ, ਰੋਟੀ ਪਕਾਉਣ ਜਿੰਨੀ ਦੇਰ ਤੱਕ ਅਸੀਂ ਔਰਤ ਨੂੰ ਚੁੱਲ੍ਹੇ ਨਾਲੋਂ ਤੋੜ ਕੇ ਨਹੀਂ ਦੇਖਾਂਗੇ ਉਨੀ ਦੇਰ ਤੱਕ ਔਰਤ ਦੀ ਮੁਕਤੀ ਦਾ ਸਵਾਲ ਨਹੀਂ ਪੈਦਾ ਹੋ ਸਕਦਾ। ਇਸੇ ਕਰਕੇ ਸਾਡੇ ਮਰਦ ਸਾਥੀਆਂ ਨੇ ਉੱਥੇ ਰੋਟੀਆਂ ਵੀ ਪਕਾਈਆਂ, ਵਰਤਾਈਆਂ ਵੀ ਔਰ ਬਹੁਤ ਸਾਰਾ ਕਿਚਨ ਦਾ ਕੰਮ ਵੀ ਕੀਤਾ। ਇਸ ਨੂੰ ਅਸੀਂ ਅੱਗੇ ਲੈ ਕੇ ਜਾਣਾ, ਇੱਥੇ ਹੀ ਖੜਾ ਨਹੀਂ ਕਰਨਾ। ਸੋ ਇਹ ਇੱਕ ਸੋਸ਼ਲ ਚੇਂਜ ਵੀ ਹੈ, ਇੱਕ ਪੋਲੀਟੀਕਲ ਚੇਂਜ ਵੀ ਹੈ ਔਰ ਇੱਕ ਔਰਤਾਂ ਦੀ ਜਾਗ੍ਰਿਤੀ ਦੇ ਲਈ ਇੱਕ ਸਟੈਪ ਹੈ। ਇਸ ਤੋਂ ਹਜੇ ਤਾਂ ਅੱਗੇ ਬਹੁਤ ਵੱਡੀਆਂ ਤੇ ਸੰਘਰਸ਼ ਹੋਣੇ ਨੇ। ਥੈਂਕ ਯੂ ਡਾਕਟਰ ਸਾਹਿਬ। ਇਸ ਮੁੱਦੇ ਤੇ ਮੈਂ ਵਾਪਸ ਆਵਾਂਗਾ ਤੁਹਾਡੇ ਵੱਲ। ਬਲਬੀਰ ਜੀ, ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿੱਦਾਂ ਡਾਕਟਰ ਕਮਲਜੀਤ ਕਹਿ ਰਹੇ ਹੈ, ਔਰਤਾਂ ਦੀ ਪਾਰਟਿਸਿਪੇਸ਼ਨ ਦੀ ਆਪਾਂ ਗੱਲ ਕਰਦੇ ਹਾਂ। ਦੇਖੋ, ਪਿੰਡਾਂ 'ਚ ਜਿਸ ਤਰੀਕੇ ਨਾਲ ਸਾਡੀਆਂ ਧੀਆਂ, ਸਾਡੀਆਂ ਭੈਣਾਂ, ਬੀਬੀਆਂ, ਮਾਵਾਂ ਜਿਹੜੀਆਂ ਹੈਗੀਆਂ ਵੱਡੀ ਪੱਧਰ ਤੇ ਜਥਿਆਂ ਦੇ ਵਿੱਚ ਆਉਂਦੀਆਂ ਰਹੀਆਂ, ਬਾਵਜੂਦ ਬਹੁਤ ਸਾਰੀਆਂ ਮੁਸ਼ਕਲਾਂ ਦੇ, ਲੱਗਦਾ ਹੈ ਕਿ ਇਸ ਅੰਦੋਲਨ ਨੂੰ ਇੱਕ ਬਹੁਤ ਵੱਡੀ ਹਮਾਇਤ ਹੈ ਹੇਠਲੇ ਪੱਧਰ ਤੋਂ ਲੈ ਕੇ ਪੇਂਡੂ ਪੱਧਰ ਤੋਂ ਲੈ ਕੇ ਦਿੱਲੀ ਤੱਕ। ਬਲਵੀਰ ਜੀ।
ਬਿਲਕੁਲ ਸਰ, ਬਿਲਕੁਲ ਹਮਾਇਤ ਹੈ, ਕਿਉਂਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਜਾਂ ਪਿੰਡਾਂ ਦੇ ਵਿੱਚ ਅਸੀਂ ਜਥੇਬੰਦੀਆਂ ਵੱਲੋਂ ਸੁਨੇਹੇ ਲਗਾਉਣੇ ਆ ਵੀ ਸੰਯੁਕਤ ਕਿਸਾਨ ਮੋਰਚੇ ਦਾ ਜੋ ਵੀ ਫੈਸਲਾ ਆਉਂਦਾ ਉਹਨੂੰ ਲਾਗੂ ਕਰਨ ਦੇ ਲਈ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਤੇ ਜਿਹੜੀਆਂ ਔਰਤਾਂ ਨੇ ਉਹਦੇ ਵਿੱਚ ਪੂਰੀ ਤਰ੍ਹਾਂ ਪਾਰਟਿਸਿਪੇਟ ਕਰਦੀਆਂ ਨੇ। ਤੇ ਇਸ ਪ੍ਰੋਗਰਾਮ ਦੇ ਵਿੱਚ ਐਜ਼ ਏ MP ਜੇ ਮੈਂ ਪੇਸ਼ ਹੋਈਆਂ ਤਾਂ ਮੇਰੇ ਨਾਲ ਇੱਥੋਂ ਬਾਰਡਰ ਤੇ ਜਾਣ ਦੇ ਲਈ 250-300 ਔਰਤ ਪਰਸੋਂ ਦੀ ਇੱਥੇ ਗਈ ਹੈ ਤਾਂ ਅੱਜ ਮੇਰੇ ਨਾਲ ਵਾਪਸ ਆਈਆਂ ਨੇ, ਕਿਉਂਕਿ ਮੈਂ ਇਹ ਸਮਝਦੀ ਹਾਂ ਵੀ ਜਿਹੜੀਆਂ ਔਰਤਾਂ ਨੇ ਉਤਸੁਕ ਸੀਗੀਆਂ, ਇਹ ਜਾਣਨਾ ਚਾਹੁੰਦੀਆਂ ਸੀ ਵੀ ਕੀ ਪਾਰਲੀਮੈਂਟ ਦੇ ਵਿੱਚ ਹੋਇਆ, ਕੀ ਉਹਨਾਂ ਪਾਰਲੀਮੈਂਟ ਨੂੰ ਕੀ ਚੀਜ਼ ਐ ਸੀ ਜਿਹਨੂੰ ਚਲਾ ਸਕਦੀਆਂ। ਯਾਨੀ ਕਿ ਔਰਤਾਂ ਦੀ ਹੁਣ ਜਾਗਰੂਕਤਾ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਔਰਤਾਂ ਡਿਬੇਟ ਦੇ ਵਿੱਚ ਭਾਗ ਲੈਣ ਦੇ ਲਈ, ਔਰਤਾਂ ਆਪਣੀ ਗੱਲ ਰੱਖਣ ਦੇ ਲਈ ਪੂਰਾ ਵੱਡਾ ਜਿਹੜਾ ਅਹਿਮ ਰੋਲ ਨਿਭਾ ਰਹੀਆਂ ਨੇ ਤੇ ਇਸ ਅੰਦੋਲਨ ਦੇ ਜ਼ਰੀਏ ਔਰਤ ਦੀ ਇੱਕ ਬੜੀ ਨਾਰੀ ਸ਼ਕਤੀ ਮੈਂ ਕਹੂੰਗੀ ਬਣ ਕੇ ਉੱਭਰੀਆਂ ਨੇ, ਜਿਹੜਾ ਆਪਣਾ ਪੱਖ ਰੱਖਣ ਦੇ ਲਈ ਹਰ ਤਰ੍ਹਾਂ ਕਾਬਲ ਬਣ ਚੁੱਕੀਆਂ ਨੇ। ਕਿ ਜਦੋਂ ਤੁਸੀਂ ਜਾਣਦੇ ਹੋ ਸਿੰਘੂ ਬਾਰਡਰ ਦੀ ਗੱਲ ਕਰ ਲਈਏ, ਟਿਕਰੀ ਬਾਰਡਰ ਦੀ ਗੱਲ ਕਰ ਲਈਏ, ਕਾਫੀ ਵੱਡੀ ਗਿਣਤੀ 'ਚ ਇਹੋ ਜਿਹੀਆਂ ਔਰਤਾਂ ਜ਼ਰੂਰ ਹੋਣਗੀਆਂ ਜਿਹੜੀਆਂ ਪਹਿਲੀ ਵਾਰ ਅੰਦੋਲਨ, ਜਿਨ੍ਹਾਂ ਨੇ ਦਿੱਲੀ ਦੇਖਿਆ ਹੋਵੇਗਾ, ਪਹਿਲਾਂ ਕਦੇ ਦਿੱਲੀ ਆਈਆਂ ਨਹੀਂ ਹੋਣਗੀਆਂ। ਜਾਣੀ ਅੰਦੋਲਨ ਦਾ ਐਡਾ ਵੱਡਾ ਹਲਾਰਾ ਹੈ ਕਿ ਪਿੰਡਾਂ 'ਚੋਂ ਔਰਤਾਂ ਨੇ ਪਹਿਲੀ ਵਾਰੀ ਆ ਕੇ ਦਿੱਲੀ ਦੇ ਅੰਦੋਲਨ 'ਚ ਹਿੱਸਾ ਲਿਆ। ਕਿੱਦਾਂ ਲੱਗਦਾ ਹੈ ਕਿ ਕਾਫੀ ਵੱਡੀ ਗਿਣਤੀ 'ਚ ਔਰਤਾਂ ਜਿਹੜੀਆਂ ਪਹਿਲੀ ਵਾਰ ਦਿੱਲੀ ਆਈਆਂ ਇਸ ਅੰਦੋਲਨ ਦੇ ਵਿੱਚ, ਕਦੇ ਆਈਆਂ ਨਹੀਂ ਹੋਣਗੀਆਂ ਜ਼ਿੰਦਗੀ 'ਚ। ਸਾਡੇ ਲਈ ਇੱਕ ਘਰ ਹੈ ਜਿੱਥੇ ਅਸੀਂ 2-3 ਘੰਟਿਆਂ ਦੇ ਵਿੱਚ ਸਫ਼ਰ ਤੈਅ ਕਰਕੇ ਜਾ ਸਕਦੇ ਹਾਂ, ਕਿਉਂਕਿ ਅੱਜ ਵੀ ਔਰਤਾਂ ਨਾਲ ਇਸ ਮੁੱਦੇ ਤੇ ਗੱਲਬਾਤ ਹੋਈ ਤਾਂ ਔਰਤਾਂ ਕਹਿੰਦੀਆਂ ਜਿਵੇਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਦਿੱਲੀ ਦੂਰ ਹੈ, ਪਰ ਹੁਣ ਦਿੱਲੀ ਸਾਨੂੰ ਪੈਰਾਂ ਦੇ ਵਿੱਚ ਲੱਗਦੀ ਹੈ। ਉਹਦਾ ਇਹੀ ਕਾਰਨ ਹੈ ਕਿ ਜਦੋਂ ਦਾ ਅੰਦੋਲਨ ਚੱਲਿਆ ਤਾਂ ਔਰਤਾਂ ਦੀ ਜਿਹੜੀ ਸ਼ਕਤੀ ਹੈ ਜਾਂ ਜਿਹੜਾ ਔਰਤਾਂ ਦੀ, ਕਿਉਂਕਿ ਜਿਹੜੇ ਕਾਨੂੰਨ ਨੇ ਉਹਨਾਂ ਤੇ ਕੀ ਮਾੜੇ ਅਸਰ ਪਾਉਂਦੇ ਨੇ, ਇਸ ਗੱਲ ਦਾ ਪ੍ਰਚਾਰ ਜਦੋਂ ਉਹਨਾਂ ਤੱਕ ਪਹੁੰਚਿਆ ਹੈ ਤਾਂ ਔਰਤਾਂ ਜਾਗਰੂਕ ਹੋਈਆਂ ਨੇ। ਕਿਉਂਕਿ ਕਾਨੂੰਨ ਲਾਗੂ ਹੁੰਦੇ ਆ, ਸਭ ਤੋਂ ਪਹਿਲਾਂ ਨੁਕਸਾਨ ਸਾਡੇ ਘਰ ਨੂੰ, ਸਾਡੇ ਪਰਿਵਾਰ ਨੂੰ ਹੋਣਾ ਹੈ ਤੇ ਇਸ ਗੱਲ ਨੂੰ ਲੈ ਕੇ ਔਰਤਾਂ ਬਹੁਤ ਫਿਕਰਮੰਦ ਨੇ, ਚਿੰਤਨ ਨੇ ਇਹਦੇ ਵਿੱਚ। ਥੈਂਕ ਯੂ ਵੈਰੀ ਮਚ। ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਹੀ ਮੁੱਦਿਆਂ ਤੇ ਆਵਾਂਗੇ ਵਾਪਸ ਕਿ ਕਿਸ ਤਰ੍ਹਾਂ ਜੰਤਰ ਮੰਤਰ ਤੇ ਔਰਤਾਂ ਨੇ ਕਿਸਾਨ ਸੰਸਦ ਚਲਾਈ ਔਰ ਕੌਮੀ ਪੱਧਰ ਤੇ ਉੱਠਿਆ ਸਵਾਲ। ਇਹਨਾਂ ਸਾਰੇ ਮਾਮਲਿਆਂ ਤੇ ਕਰਾਂਗੇ ਚਰਚਾ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬਿੰਦੂ ਜੀ, ਜਿਸ ਮੁੱਦੇ ਤੇ ਗੱਲ ਕਰ ਰਹੇ ਹਾਂ, ਸਭ ਤੋਂ ਵੱਡਾ ਇੱਕ ਅਹਿਮ ਸਵਾਲ ਹੈ ਕਿ ਜਿਹੜਾ ਕਿਸਾਨੀ ਸੰਕਟ ਹੈ ਉਹ ਸਿੱਧੇ ਤੌਰ ਤੇ ਜਿਹੜਾ ਔਰਤਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। ਇਹ ਜਿਹੜਾ ਕਿਸਾਨੀ ਸੰਕਟ ਹੈ ਜੀ, ਜਿਹੜੇ ਕਿਸਾਨੀ ਸੰਕਟ ਦੇ ਵਿੱਚ ਜਿੱਥੇ ਕਿਸਾਨੀ ਨੂੰ ਖਤਮ ਕਰ ਰਹੇ ਆ, ਉੱਥੇ ਹੀ ਕਿਸਾਨੀ ਔਰਤਾਂ ਤੇ ਦਲਿਤ ਖੇਤ ਮਜ਼ਦੂਰਾਂ ਤੇ ਇਹ ਬਹੁਤ ਬੁਰਾ ਪ੍ਰਭਾਵ ਪਾ ਰਿਹਾ ਹੈਗਾ। ਜਿਹੜੇ ਕਿ ਪਹਿਲੇ ਜਿਹੜੀ ਖੇਤੀ ਸਾਡੇ ਘਾਟੇ ਦਾ ਸੌਦਾ ਸੀਗਾ ਤੇ ਉਸ ਦੇ ਕਾਰਨ ਜਿਹੜੇ ਬੈਂਕਾਂ ਦੇ ਵੱਲੋਂ ਕਰਜ਼ ਦਿੱਤਾ ਗਿਆ ਸੀਗਾ ਉਹ ਕਰਜ਼ ਮੋੜੇ ਨਹੀਂ ਗਏ ਹੈਗੇ। ਫਸਲਾਂ ਦੀ ਜਿਹੜੀ ਖੇਤੀ ਦੇ ਵਿੱਚ ਪੈਸਾ ਲਾਉਣਾ ਸੀਗਾ ਉਹ ਲਾਇਆ ਨਹੀਂ ਗਿਆ ਹੈਗਾ ਸਰਕਾਰਾਂ ਦੇ ਵੱਲੋਂ। ਇੱਥੇ ਸੂਏ, ਕੱਚੇ ਨਾਲੀਆਂ ਦਾ ਜਿਹੜਾ ਪ੍ਰਬੰਧ ਕਰਨਾ ਸੀਗਾ, ਸਿੰਚਾਈ ਦਾ ਪ੍ਰਬੰਧ ਕਰਨਾ ਸੀ, ਉਹ ਨਹੀਂ ਕੀਤਾ। ਖੇਤੀ ਉੱਨਤ ਨਹੀਂ ਕੀਤੀ ਹੈਗੀ। ਪਛੜੀ ਖੇਤੀ ਹੋਣ ਕਰਕੇ ਪਹਿਲੇ ਹੀ ਕਿਸਾਨਾਂ ਦੇ ਸਿਰ ਕਰਜ਼ੇ ਨੇ, ਕਰਜ਼ੇ ਤੋਂ ਖੁਦਕੁਸ਼ੀਆਂ ਨੇ, ਜ਼ਮੀਨਾਂ ਖੁੱਸ ਚੁੱਕੀਆਂ ਨੇ। 18% ਕਿਸਾਨ ਹੈ ਜਿਨ੍ਹਾਂ ਕੋਲੋਂ ਜ਼ਮੀਨਾਂ ਖੁੱਸ ਕੇ ਉਹ ਮਜ਼ਦੂਰ ਬਣ ਚੁੱਕੇ ਨੇ। ਸ਼ਹਿਰਾਂ ਦੇ ਵਿੱਚ ਜਾ ਕੇ, ਚੌਂਕਾਂ ਦੇ ਵਿੱਚ ਜਾ ਕੇ ਦਿਹਾੜੀਆਂ ਕਰਦੇ ਨੇ ਤੇ ਉਹ ਜਿਹੜੀਆਂ ਕਿਸਾਨ ਔਰਤਾਂ ਨੇ, ਜੋ ਉਹਨਾਂ ਤੇ ਬੀਤਦੀ ਹੈ, ਉਹਨਾਂ ਦੇ ਬੱਚਿਆਂ ਦੇ ਵਿਆਹ ਹੈ ਜਿਹੜੇ ਉਹ ਨਹੀਂ ਹੋ ਰਹੇ ਹੈਗੇ ਜ਼ਮੀਨ ਨਾ ਹੋਣ ਕਾਰਨ। ਤੇ ਲਗਾਤਾਰ ਛੋਟੀ ਕਿਸਾਨੀ ਜਿਹੜੀ ਕਿੱਲੇ, 1.5 ਕਿੱਲੇ ਵਾਲੀ, 2 ਕਿੱਲੇ ਵਾਲੀ ਕਿਸਾਨੀ ਹੈ, ਉਹਨਾਂ ਕੋਲੋਂ ਲਗਾਤਾਰ ਜ਼ਮੀਨਾਂ ਜਿਹੜੀਆਂ ਇਹ ਖੁੱਸ ਰਹੀਆਂ ਤੇ ਉਹਦਾ ਜਿਹੜਾ ਅਸਰ ਹੈ ਉਹ ਔਰਤਾਂ ਤੇ ਜ਼ਿਆਦਾ ਪੈਂਦਾ ਹੈਗਾ। ਕਿਸਾਨ ਕਰਜ਼ੇ ਦੇ ਕਾਰਨ ਖੁਦਕੁਸ਼ੀ ਕਰ ਜਾਂਦਾ ਹੈ ਤਾਂ ਉਹਦਾ ਜਿਹੜਾ ਸੰਤਾਪ ਹੈ ਉਹ ਔਰਤ ਨੂੰ ਭੋਗਣਾ ਪੈਂਦਾ ਹੈਗਾ। ਇਕੱਲੀ ਔਰਤ ਉਹ ਜਦੋਂ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਚੱਕਦੀ ਹੈ, ਬੱਚਿਆਂ ਨੂੰ ਪੜ੍ਹਾਉਣ ਦੀਆਂ, ਲਿਖਾਉਣ ਦੀਆਂ, ਉਹਨਾਂ ਦੀ ਵਿਆਹ ਸ਼ਾਦੀ ਕਰਨ ਦੀਆਂ, ਤੇ ਇਕੱਲੇ ਰਹਿ ਕੇ ਸਮਾਜ ਨਾਲ ਭਿੜਦੀ ਹੈ। ਇਹੀ ਜਾਨੀ ਕਿ ਜਿਹੜਾ ਖੇਤੀ ਦੇ ਵਿੱਚ ਖੇਤੀ ਹੈ ਜਿਹੜੀ ਘਾਟੇ ਦਾ ਸੌਦਾ ਬਣਾਈ ਹੋਈ ਹੈ ਹਾਕਮਾਂ ਦੇ ਵੱਲੋਂ, ਸਾਡੇ ਤੇ ਰਾਜ ਕਰਨ ਵਾਲੇ ਜਮਾਤਾਂ ਦੇ ਵੱਲੋਂ, ਉਹਦਾ ਜਿਹੜਾ ਅਸਰ ਉਹ ਬੁਰਾ ਪੈ ਰਿਹਾ ਹੈਗਾ। ਤੇ ਉਸ ਅਸਰ ਨੂੰ ਉਹਨਾਂ ਨੇ ਬਹੁਤ ਡੂੰਘੇ ਢੰਗ ਨਾਲ ਲਿਆ ਹੈਗਾ ਕਿ ਜੇ ਇਹ ਕਾਨੂੰਨ ਲਾਗੂ ਹੁੰਦੇ ਜਾਂ ਜੇ ਕਾਨੂੰਨ ਲੋਕ ਪੱਖੀ ਨਹੀਂ ਬਣਦੇ, ਲੋਕਾਂ ਦੇ ਪੱਖ ਨਹੀਂ ਬਣਦੇ, ਜਿਵੇਂ MSP ਦੀ ਗਰੰਟੀ ਨਹੀਂ ਹੁੰਦੀ, ਜਨਤਕ ਵੰਡ ਪ੍ਰਣਾਲੀ ਦਾ ਕਾਨੂੰਨ ਨਹੀਂ ਬਣਦਾ, ਜਿਹੜੇ ਲੱਖਾਂ ਗਰੀਬ, ਕਰੋੜਾਂ ਡੀਪੂਆਂ ਨਾਲ ਜੁੜੇ ਹੋਏ ਨੇ, ਜਿਹੜੇ ਮਹੀਨੇ ਦੀ ਮਹੀਨੇ ਅਨਾਜ ਉਡੀਕਦੇ ਨੇ ਕਿ ਕਣਕ ਆਊਗੀ, ਆਟਾ ਪਿਆਵਾਂਗੇ, ਰੋਟੀ ਖਾਵਾਂਗੇ, ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਜੇ ਇਹ ਸਰਕਾਰੀ ਖਰੀਦ ਬੰਦ ਹੁੰਦੀ ਹੈ, ਜਨਤਕ ਵੰਡ ਪ੍ਰਣਾਲੀ ਬੰਦ ਹੋਊਗੀ
ਇਸ ਕਰਕੇ ਜਾਣੀ ਕਿ ਇਹਦਾ ਅਸਰ ਹੈ ਜਿਹੜਾ। ਹਾਂਜੀ, ਥੈਂਕ ਯੂ ਬਿੰਦੂ ਜੀ। ਮੈਂ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਜਿਹੜਾ ਲੈਣਾ ਚਾਹਾਂਗਾ। ਤੁਸੀਂ ਗੱਲ ਕੀਤੀ ਹੈ ਕਰਜ਼ਿਆਂ ਦੀ, ਸਰਕਾਰਾਂ ਦੀ। ਇੱਕ ਸਵਾਲ, ਕਿਉਂਕਿ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਨਾਲ ਨਾਲ ਕੈਪਟਨ ਅਮਰਿੰਦਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਬੜਾ ਵੱਡਾ ਵਾਅਦਾ ਕੀਤਾ ਸੀ ਕਿ ਕਿਸਾਨੀ ਕਰਜ਼ੇ ਮਾਫ ਕੀਤੇ ਜਾਣਗੇ, ਦਲਿਤ ਪਰਿਵਾਰਾਂ ਦੇ ਕਰਜ਼ਿਆਂ ਤੇ ਲੀਕ ਫੇਰਨ ਦੀ ਗੱਲ ਵੀ ਹੋਈ ਸੀ। ਮੈਂ ਸੰਖੇਪ 'ਚ ਜਾਣਨਾ ਚਾਹਾਂਗਾ ਕਿ ਉਹ ਜਿਹੜਾ ਵਾਅਦਾ ਸੀਗਾ, ਉਹ ਵਾਅਦੇ ਦਾ ਕੀ ਬਣਿਆ ਹੋਏਗਾ? ਦੇਖੋ ਜੀ, ਜੋ ਪੰਜਾਬ ਸਰਕਾਰ ਨੇ, ਕਿਸਾਨਾਂ ਨੇ ਪਹਿਲਾਂ ਇਲੈਕਸ਼ਨ ਦੇ ਰਾਹੀਂ ਜਾਣੀ ਕਿ ਲੜ ਕੇ ਇਹ ਮੁੱਦੇ ਉਹਨਾਂ ਦੀਆਂ ਸਰਕਾਰਾਂ ਦੇ ਮੂੰਹਾਂ 'ਚ ਪਾਏ ਸੀਗੇ ਕਿ ਜਿਹੜੇ ਕਰਜ਼ੇ ਦੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਕਿਸਾਨਾਂ ਦੇ ਕਰਜ਼ੇ ਦੇ ਕਾਰਨ ਜ਼ਮੀਨ ਖੁੱਸ ਰਹੀ ਹੈ, ਮਜ਼ਦੂਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਮਸਲਾ ਉਭਾਰਿਆ ਤੇ ਮਸਲਾ ਉਭਾਰ ਕੇ ਇਹ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪਵਾਇਆ। ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣ ਤੋਂ ਪਹਿਲਾਂ ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਾਣੀ ਕਿ ਵਾਅਦੇ ਕੀਤੇ ਲੋਕਾਂ ਦੇ ਨਾਲ ਕਿ ਅਸੀਂ ਤੁਹਾਡਾ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਤੇ ਜਾਣੀ ਕਿ ਜਿਹੜਾ ਕਰਜ਼ਾ ਚਾਹੇ ਕੋਆਪਰੇਟ ਬੈਂਕਾਂ ਦਾ, ਚਾਹੇ ਸਰਕਾਰੀ ਬੈਂਕਾਂ ਦਾ, ਚਾਹੇ ਉਹ ਪ੍ਰਾਈਵੇਟ ਆੜਤੀਆਂ ਦਾ ਕਰਜ਼ਾ, ਉਹ ਅਸੀਂ ਮਾਫ ਕਰਾਂਗੇ, ਇਹ ਸਾਡੀ ਪੰਜਾਬ ਸਰਕਾਰ ਮਾਫ ਕਰੂਗੀ। ਤੇ ਉਹਨਾਂ ਨੇ ਵਾਅਦੇ ਕੀਤੇ, ਪਰ ਨਾ ਕਰਜ਼ੇ ਮਾਫ ਕੀਤੇ, ਨਾ ਸਾਡੀਆਂ ਫਸਲਾਂ ਖਰੀਦੀਆਂ। ਸਗੋਂ ਦੀ ਆ ਜਿਹੜੇ ਕਾਨੂੰਨ ਹੈ 2017 ਦੇ ਵਿੱਚ ਕੈਪਟਨ ਸਰਕਾਰ ਖੁਦ ਲੈ ਕੇ ਆਈ ਹੈ, ਜਿਹੜਾ ਇਹਨਾਂ ਨੇ ਜਾਣੀ ਕਿ ਇੱਕ ਦੇਸ਼ ਇੱਕ ਮੰਡੀ ਠੇਕਾ ਨੀਤੀ ਤੇ ਜ਼ਰੂਰੀ ਵਸਤਾਂ ਦਾ ਐਕਟ ਹੈ, ਇਹ ਲੈ ਕੇ ਆਂਦੇ ਹੈ। ਉਹਨਾਂ ਸੈਂਟਰ ਦੇ ਕਾਨੂੰਨਾਂ ਦੇ ਇਹਨਾਂ ਨੇ ਵਾਧਾ ਕੀਤਾ ਹੈਗਾ। ਇਸ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਇਹਨਾਂ ਗੱਲਾਂ ਦੇ ਲਈ ਰੋਸ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੀ ਵਾਅਦਾ ਖਿਲਾਫੀ ਕੀਤੀ ਹੈ, ਕਰਜ਼ੇ ਵਾਲੀ, ਰੁਜ਼ਗਾਰ ਵਾਲੀ, ਨਸ਼ੇ ਵਾਲੀ, ਉਹਦੇ ਤੇ ਮੋਰਚਾ ਲਾਇਆ ਜਾਊਗਾ। ਜਾਣੀ ਕਿ ਉਹਨਾਂ ਨੂੰ ਯਾਦ ਦਿਵਾਇਆ ਜਾਊਗਾ ਕਿ ਤੁਸੀਂ ਵਾਅਦਾ ਖਿਲਾਫੀ ਕੀਤੀ, ਹੁਣ ਇਹਨਾਂ ਵਾਅਦਿਆਂ ਨੂੰ ਪੂਰਾ ਕਰੋ। ਪੰਜਾਬ ਦੇ ਵਿੱਚ 7 ਪੰਜਾਬ ਖੇਤ ਮਜ਼ਦੂਰ ਜਥੇਬੰਦੀਆਂ ਤੇ ਪੇਂਡੂ ਮਜ਼ਦੂਰ ਜਥੇਬੰਦੀਆਂ ਕੈਪਟਨ ਸਰਕਾਰ ਨੇ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਸੀ, ਉਹਨਾਂ ਦੀ ਵਾਅਦਾ ਖਿਲਾਫੀ ਦੇ ਖਿਲਾਫ 9, 10, 11 ਅਗਸਤ ਨੂੰ ਮੋਰਚਾ ਲਾ ਰਹੀਆਂ ਨੇ। ਓਕੇ, ਥੈਂਕ ਯੂ ਵੈਰੀ ਮਚ ਡਾਕਟਰ ਕਮਲਜੀਤ। ਇੱਕ ਹੋਰ ਬੜਾ ਸੈਂਸਿਟਿਵ ਸਵਾਲ ਹੋਇਆ ਕਿ 500 ਤੋਂ ਉੱਪਰ ਕਿਸਾਨ ਜਿਹੜੇ ਹੈਗੇ ਸ਼ਹਾਦਤ ਦੇ ਗਏ ਇਸ ਅੰਦੋਲਨ ਦੇ ਵਿੱਚ। ਆਪਾਂ ਉਹਨਾਂ ਦੇ ਪਰਿਵਾਰਾਂ ਦੀ ਗੱਲ ਕਰੀਏ, ਉਹਨਾਂ ਦੇ ਬੱਚਿਆਂ ਦੀ ਗੱਲ ਕਰੀਏ, ਕਿਹੋ ਜਿਹੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਪਰਿਵਾਰਾਂ ਨੂੰ ਜਿਹੜੇ ਕਿਸਾਨ ਅੰਦੋਲਨ ਦੇ ਲਈ ਆਪਣੀਆਂ ਕੁਰਬਾਨੀਆਂ ਦੇ ਗਏ, ਸ਼ਹਾਦਤ ਦੇ ਗਏ? ਡਾਕਟਰ ਕਮਲਜੀਤ। ਹਾਂ ਜੀ, ਇਹ ਬਹੁਤ ਹੀ ਅਹਿਮ ਸਵਾਲ ਹੈ। ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ, ਜਿਹੜਾ ਪਹਿਲਾ ਸਵਾਲ ਤੁਸੀਂ ਬਿੰਦੂ ਜੀ ਨੂੰ ਕੀਤਾ ਸੀ ਔਰਤਾਂ ਦਾ, ਮੈਂ ਉਹਦੇ ਤੇ ਥੋੜੀ ਜਿਹੀ ਗੱਲ ਕਰਨਾ ਚਾਹਾਂਗੀ ਕਿ ਔਰਤਾਂ ਜਿਹੜੀਆਂ ਪੰਜਾਬ, ਔਰਤਾਂ ਦੀ ਸਿਹਤ, ਔਰਤਾਂ ਦੀ ਸੁਰੱਖਿਆ ਤੇ ਔਰਤਾਂ ਦੀ ਐਜੂਕੇਸ਼ਨ ਅਜੇ ਵੀ ਪੰਜਾਬ ਦੇ ਵਿੱਚ ਤੇ ਸਮੁੱਚੇ ਹਿੰਦੁਸਤਾਨ 'ਚ ਪਛੜੀ ਹੋਈ ਹੈ। ਔਰਤਾਂ ਦਾ ਹਿੱਸਾ ਜਿਹੜੀ ਘਰੇਲੂ ਆਰਥਿਕਤਾ ਦੇ ਵਿੱਚ ਵੀ ਸਭ ਤੋਂ ਪਿੱਛੇ ਹੈ। ਸੋ ਇਸ ਕਰਕੇ ਜਿਉਂ-ਜਿਉਂ ਕਿਸਾਨੀ ਦਾ ਸੰਕਟ ਵਧੇਗਾ, ਕਿਸਾਨੀ ਦੇ ਸੰਕਟ ਦੇ ਨਾਲ ਸਾਡੀ ਜਿਹੜੀ ਖੇਤ ਮਜ਼ਦੂਰ ਔਰਤ ਹੈ ਜਾਂ ਦਲਿਤ ਔਰਤ ਹੈ, ਜਿਹੜੀ ਐਗਰੀਕਲਚਰ ਵਰਕਰ ਹੈ, ਉਹਦਾ ਸੰਕਟ ਵੀ ਹੋਰ ਵਧੇਗਾ। ਉਹਦੇ ਨਾਲ ਕੀ ਹੋਏਗਾ, ਉਹਦੀ ਰਸੋਈ ਦੇ ਵਿੱਚ ਜਿਹੜਾ ਲੂਣ, ਤੇਲ ਤੇ ਉਹਦਾ ਖਾਦ ਪਦਾਰਥ ਹੈ ਉਹ ਘਟ ਜਾਏਗਾ, ਤੇ ਉਹ ਆਪਣੇ ਬੱਚਿਆਂ ਨੂੰ ਨਾ ਤਾਂ ਜਿਹੜਾ ਇੱਕ ਜਿਹਨੂੰ ਅਸੀਂ ਮਿਨੀਮਮ ਜਿਹੜਾ ਉਹਦਾ ਉਹ ਕੁਪੋਸ਼ਣ ਦਾ ਸ਼ਿਕਾਰ ਹੋਣਗੀਆਂ, ਉਹਨਾਂ ਨੂੰ ਪੂਰਨ ਦੇ ਤੌਰ ਤੇ ਉਹ ਜਿਹੜੀ ਹੈ ਉਹਦਾ ਰੋਟੀ ਨਹੀਂ ਦਿੱਤੀ, ਈਵਨ ਕਿ ਉਹ ਮੋਟਾ ਅਨਾਜ ਵੀ ਨਹੀਂ ਖਵਾ ਸਕੇਗੀ, ਪਹਿਲੀ ਗੱਲ। ਇਸੇ ਕਰਕੇ ਜਿਹੜਾ ਦੂਸਰਾ ਸਵਾਲ ਤੁਸੀਂ ਅਹਿਮ ਸਵਾਲ ਕੀਤਾ ਹੈ, ਇਹਦੇ ਉੱਤੇ ਕੱਲ ਜਿਹੜੀ ਸੰਸਦ, ਵੂਮਨ ਸੰਸਦ ਹੋਈ ਹੈ, ਉਸਨੇ ਜਿਹੜੀਆਂ 547, ਜਿਸ ਦੇ ਵਿੱਚ 7 ਔਰਤਾਂ ਸ਼ਹੀਦ ਹੋਈਆਂ ਨੇ ਔਰ 540 ਮਰਦ ਸ਼ਹੀਦ ਹੋਏ ਨੇ ਡਿਊਰਿੰਗ ਦਾ ਮੋਰਚਾ, ਉਹਨਾਂ ਨੂੰ ਪਹਿਲੇ ਸ਼ਰਧਾਂਜਲੀ ਭੇਂਟ ਕੀਤੀ ਗਈ। ਫਿਰ ਉਸ ਤੋਂ ਬਾਅਦ ਇਹ ਡਿਮਾਂਡ ਕੀਤੀ ਗਈ ਕਿ ਉਹਨਾਂ ਦੇ ਉਸੇ ਤਰੀਕੇ ਦੇ ਨਾਲ ਹੀ, ਕਿਉਂਕਿ ਉਹ ਆਰਥਿਕਤਾ ਦੀ ਲੜਾਈ ਦੇ ਵਿੱਚ ਸ਼ਹੀਦ ਹੋਏ ਸਾਡੇ ਲੋਕ ਨੇ, ਜਿਵੇਂ ਸਰਹੱਦ ਤੇ ਸ਼ਹੀਦ ਹੁੰਦਾ ਸਾਡਾ ਇੱਕ ਜਵਾਨ ਹੈ, ਉਸੇ ਤਰ੍ਹਾਂ ਉਹ ਵੀ ਇਹ ਆਰਥਿਕਤਾ ਦੀ ਸਰਹੱਦ, ਜਿਹੜੀ ਆਰਥਿਕ ਕਾਣੀ ਵੰਡ ਦੀ ਸਰਹੱਦ ਤੇ ਸ਼ਹੀਦ ਹੋਏ ਸਾਡੇ ਜੋ ਬਜ਼ੁਰਗ ਨੇ, ਸਾਡੀਆਂ ਮਾਤਾਵਾਂ ਨੇ। ਬਹੁਤ ਸਾਰੇ ਤੁਹਾਨੂੰ ਵੀ ਪਤਾ ਹੈ, ਤੁਸੀਂ ਕਿਉਂਕਿ ਜੁੜੇ ਹੋਏ ਹੋ ਮੋਰਚੇ ਨਾਲ, ਸਾਡੀਆਂ ਬਹੁਤ ਸਾਰੀਆਂ ਮਾਤਾਵਾਂ, ਬਹੁਤ ਸਾਰੇ ਬਜ਼ੁਰਗ 7 ਮਹੀਨੇ ਤੋਂ 8 ਮਹੀਨੇ ਤੋਂ 25 ਸਤੰਬਰ ਤੋਂ ਤੇ ਫਿਰ 26 ਨਵੰਬਰ ਤੋਂ ਬਾਅਦ ਉਹ ਘਰਾਂ ਨੂੰ ਨਹੀਂ ਗਏ। ਉਹ ਕਮਿਟਮੈਂਟ, ਉਹ ਸਬਰ, ਉਹ ਸਿਦਕ, ਉਹ ਉਹਨਾਂ ਦੀ ਕੁਰਬਾਨੀ ਜਿਹੜੀ ਹੈ, ਉਹ ਉਹਨਾਂ ਨੂੰ ਜਿਹੜਾ ਹੈ ਇੱਕ ਸ਼ਹਾਦਤਾਂ ਦੇ ਰਾਹ ਤੋਰਦੀ ਹੈ। ਤੇ ਸਾਡੀ ਜਿਹੜੀ ਸੰਸਦ ਨੇ ਇਹ ਡਿਮਾਂਡ ਕੀਤੀ
ਕਿ ਉਹਨਾਂ ਨੂੰ ਇੱਕ ਨੈਸ਼ਨਲ ਜਿਹੜੀ ਐਮਰਜੈਂਸੀ ਹੈ ਉਹਦੇ ਦੌਰਾਨ ਜਿਹੜਾ ਸਰਹੱਦਾਂ ਤੇ ਲੜਨ ਵਾਲੇ ਸਾਡੇ ਸ਼ਹੀਦਾਂ ਦੀ ਤਰ੍ਹਾਂ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਨੂੰ ਆਰਥਿਕ ਸਹਾਇਤਾ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਸੋ ਇਸ ਕਰਕੇ ਇਹ ਅਸੀਂ ਡਿਮਾਂਡ ਕਰਦੇ ਹਾਂ ਮੋਦੀ ਸਰਕਾਰ ਤੋਂ, ਪਰ ਮੋਦੀ ਸਰਕਾਰ ਤੇ ਬੋਲੀ ਸਰਕਾਰ ਹੈ, ਉਹ ਸੁਣਨਾ ਨਹੀਂ ਚਾਹੁੰਦੀ। ਸੋ ਇਸ ਕਰਕੇ ਕੱਲ ਦੀ ਜਿਹੜੀ ਸਾਡੀ ਵੂਮਨ ਸੰਸਦ ਸੀ ਉਹ ਬਹੁਤ ਸਾਰੇ ਸਵਾਲ ਛੱਡ ਕੇ ਗਈ ਹੈ, ਕਿਉਂਕਿ ਔਰਤਾਂ ਦੇ ਮੁੱਦਿਆਂ ਦੇ ਉੱਤੇ ਅਸੀਂ 3-4 ਸੰਸਦ ਕਰ ਚੁੱਕੇ ਹਾਂ। ਦਿਸ਼ਾ ਇੱਕ ਆਰਗੇਨਾਈਜੇਸ਼ਨ ਹੈ ਆਪਣੀ ਕੈਨੇਡਾ ਦੇ ਵਿੱਚ, ਉਸਨੇ ਸਰਦ ਰੁੱਤ ਦਾ ਇੰਟਰਨੈਸ਼ਨਲ ਪਾਰਲੀਮੈਂਟ ਕੀਤੀ 31 ਦਸੰਬਰ ਨੂੰ, ਜਿਸ ਦੇ ਵਿੱਚ 13 ਦੇਸ਼ਾਂ ਦੇ ਲੋਕ ਸ਼ਾਮਲ ਹੋਏ ਸੀ। ਸੋ ਇਹ ਸੰਸਦ ਇਸ ਸੰਸਦ ਵੱਲ, ਜਿਹੜੀ ਵੂਮਨ ਸੰਸਦ ਹੈ, ਇਹਦੇ ਵੱਲ ਸਾਰੇ ਸੰਸਾਰ ਦੇ ਵਿੱਚ ਬੈਠੇ ਹੋਏ ਹਿੰਦੁਸਤਾਨੀ ਦੇਖ ਰਹੇ ਨੇ, ਤੇ ਔਰਤਾਂ ਨੇ ਪੂਰੇ ਦਾ ਪੂਰਾ ਕੱਲ ਇੱਕ ਹਾਰਡ ਤਰੀਕੇ ਨਾਲ, ਸਖਤ ਸ਼ਬਦਾਂ ਵਿੱਚ ਮੋਦੀ ਸਰਕਾਰ ਨੂੰ ਇਹ ਮੈਸੇਜ ਦਿੱਤਾ ਹੈ ਕਿ ਤੁਸੀਂ ਜਿੰਨਾ ਮਰਜ਼ੀ ਜ਼ੁਲਮ ਤੇ ਤਸ਼ੱਦਦ ਕਰੋ, ਅਸੀਂ ਇੱਥੇ ਕਮਿਟਮੈਂਟ ਨਾਲ ਸਾਲ 2 ਸਾਲ ਅਸੀਂ ਬੈਠੇ ਰਵਾਂਗੇ, ਅਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕੀਤੇ ਤੋਂ ਬਿਨਾਂ ਵਾਪਸ ਨਹੀਂ ਜਾਵਾਂਗੇ। ਜਦੋਂ ਔਰਤਾਂ ਇਹ ਗੱਲ ਕਹਿੰਦੀਆਂ, ਜਿਨ੍ਹਾਂ ਨੂੰ ਕੋਮਲ ਕਿਹਾ ਗਿਆ, ਜਿਨ੍ਹਾਂ ਨੂੰ ਮਲੂਕ ਕਿਹਾ ਗਿਆ, ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਕੋਮਲ ਹਿਰਦੇ ਦੇ ਤੌਰ ਤੇ ਹਾਂ, ਪਰ ਇਰਾਦਿਆਂ ਦੇ ਤੌਰ ਤੇ ਮਜ਼ਬੂਤ ਹਾਂ, ਤੇ ਕਾਲੇ ਕਾਨੂੰਨਾਂ ਨੂੰ, ਖੇਤੀ ਕਾਨੂੰਨਾਂ ਨੂੰ ਵਾਪਸ ਕੀਤੇ ਬਿਨਾਂ ਅਸੀਂ ਵਾਪਸ ਨਹੀਂ ਜਾਵਾਂਗੇ। ਜੀ ਮਿਹਰਬਾਨੀ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਬਲਵੀਰ ਜੀ, ਇਸੇ ਮੁੱਦੇ ਤੇ ਮੈਂ ਸਵਾਲ ਲਵਾਂਗਾ। 500 ਤੋਂ ਉੱਪਰ ਕਿਸਾਨਾਂ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਜਿੱਦਾਂ ਡਾਕਟਰ ਕਮਲਜੀਤ ਕੌਰ ਨੇ ਦੱਸਿਆ। ਅਸੀਂ ਇਹ ਦਰਸ਼ਕਾਂ ਲਈ ਜਾਣਨਾ ਚਾਹਾਂਗੇ ਕਿ ਤੁਸੀਂ ਹੇਠਲੀ ਪੱਧਰ ਤੇ ਕਿਸਾਨ ਪਰਿਵਾਰਾਂ ਦੇ ਨਾਲ ਜੁੜੇ ਹੋਏ ਹੋ। ਅਕਸਰ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਤਾਂ ਬਹੁਤ ਕੁਝ ਕਿਹਾ ਗਿਆ। ਉਹਨਾਂ ਪਰਿਵਾਰਾਂ ਦੀ ਕਿਹੋ ਜਿਹੀ ਹਾਲਤ ਹੈ, ਕਿਹੋ ਜਿਹੇ ਪਰਿਵਾਰਾਂ 'ਚ ਉੱਠ ਕੇ ਜਿਹੜੇ ਉੱਥੇ ਕਿਸਾਨ ਗਏ ਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਤੇ ਕਿੱਦਾਂ ਤੋਂ ਪਿੱਛੇ ਬੱਚੇ ਤੇ ਉਹਨਾਂ ਦੀਆਂ ਔਰਤਾਂ ਸੰਘਰਸ਼ ਕਰ ਰਹੀਆਂ। ਬਲਵੀਰ ਜੀ, ਇਸ ਮੁੱਦੇ ਤੇ ਜ਼ਰੂਰ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਕੋਲ। ਬਿਲਕੁਲ ਸਰ, ਬਿਲਕੁਲ, ਕਿਉਂਕਿ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ, ਸਭ ਤੋਂ ਪਹਿਲਾ ਸ਼ਹੀਦ ਜਿਹੜੀ ਬੀਕੇਯੂ ਡਕੌਂਦਾ ਦਾ ਹੋਇਆ ਧੰਨਾ ਸਿੰਘ ਸਰ, 46 ਚਹਿਲਾਂ ਵਾਲੀ ਦਾ ਰਹਿਣ ਵਾਲਾ ਸੀ। ਕੋਈ ਉਹਦੇ ਕੋਲ ਜ਼ਮੀਨ ਨਹੀਂ ਸੀ ਸਰ, ਉਹਦਾ ਇੱਕ ਬੱਚਾ ਸੀ, ਬੇਟੀ ਸੀ, ਬਿਲਕੁਲ ਛੋਟੇ ਸੀ ਸਰ। ਜਦੋਂ ਉਸਦੀ ਡੈਥ ਹੁੰਦੀ ਹੈ ਸਰ, ਤਾਂ ਅਸੀਂ ਉਸ ਪਰਿਵਾਰ ਦੇ ਕੋਲ ਹੁੰਦੇ ਹਾਂ, ਤਾਂ ਜਦੋਂ ਪਰਿਵਾਰ ਤੋਂ ਹੀ ਪਤਾ ਲੱਗਦਾ ਸਰ ਵੀ ਉਹ ਬਿਲਕੁਲ, ਕਿਉਂਕਿ ਉਹ ਸੰਘਰਸ਼ ਜਾਣਾ ਨਹੀਂ ਚਾਹੁੰਦਾ ਸੀ ਸਰ, ਪਿੱਛੋਂ ਪਤਾ ਨਹੀਂ ਉਹਦੇ ਮਨ 'ਚ ਕੀ ਆਈ, ਜਦੋਂ ਜਥਾ ਚਲਾ ਗਿਆ ਸਰ, ਉਹਨੂੰ ਵੀ ਲੱਗਿਆ ਵੀ ਮੈਨੂੰ ਜਾਣਾ ਚਾਹੀਦਾ, ਤਾਂ ਉਹ ਵਾਪਸ ਕਹਿੰਦੇ ਜਾ ਕੇ ਬੂਹਾ ਕੋਲ ਜਾ ਕੇ ਜਥੇ 'ਚ ਰਲ ਗਿਆ। ਉੱਥੇ ਉਹਦੀ ਐਕਸੀਡੈਂਟ ਦੇ ਵਿੱਚ ਰਾਤ ਨੂੰ ਡੈਥ ਹੋ ਗਈ ਸਰ। ਤਾਂ ਉਹ ਜਿਹੜਾ ਪਰਿਵਾਰ ਸੀ ਸਰ, ਡੈਥ ਹੋਣ ਤੋਂ ਬਾਅਦ ਛੋਟਾ ਜਿਹਾ ਬੇਟਾ 10 ਸਾਲ ਦਾ ਸਰ, ਤਾਂ ਉਹਨੇ ਸਾਥੋਂ ਜਿਹੜਾ ਕਿਸਾਨੀ ਝੰਡਾ ਤੇ ਕਿਸਾਨੀ ਬੈਚ ਲਗਾਇਆ ਵੀ ਹੁਣ ਮੈਂ ਆਪਣੇ ਪਿਤਾ ਦੀ ਥਾਂ ਤੇ ਆਪਣੀ ਹਾਜ਼ਰੀ ਲਗਾਵਾਂਗਾ ਸਰ। ਤਾਂ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ ਸਰ। ਉਹ ਪਰਿਵਾਰ ਜਿਹੜੇ ਕਿਸਾਨ ਨੇ, ਜਿਹੜੇ ਮਜ਼ਦੂਰ ਨੇ, ਜਾਂ ਔਰਤਾਂ ਉੱਥੇ ਸ਼ਹੀਦ ਹੋਈਆਂ ਨੇ ਸਰ, ਉਹ ਬਿਲਕੁਲ ਆਪਾਂ ਜੇ ਗੱਲ ਕਰੀਏ ਤਾਂ ਬਿਲਕੁਲ ਹੇਠਲੇ ਵਰਗ ਨੇ, ਜਾਣੀ ਕਿ ਕਮਜ਼ੋਰ ਕਿਸਾਨ ਪਰਿਵਾਰ ਨੇ, ਜਿਨ੍ਹਾਂ ਦੀ ਕੋਲ ਬਹੁਤ ਘੱਟ ਜ਼ਮੀਨ ਹੈ ਸਰ। ਤਾਂ ਉਹਨਾਂ ਪਰਿਵਾਰਾਂ ਦਾ ਜਿਹੜਾ ਗੁਜ਼ਾਰਾ ਹੈਗਾ, ਜਾਂ ਤਾਂ ਹੁਣ ਜਿਹੜੀਆਂ ਉੱਥੇ ਜਥੇਬੰਦੀਆਂ ਚੱਲ ਰਹੀਆਂ ਨੇ ਸਰ, ਜਿਹੜੇ ਜਥੇਬੰਦੀ ਦੇ ਵਿੱਚੋਂ ਕੰਮ ਕਰ ਰਹੇ ਨੇ, ਜਥੇਬੰਦੀ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ, ਜੋ ਸਰਕਾਰ ਵੱਲੋਂ ਸਹਾਇਤਾ ਮਿਲੀ ਹੈ ਥੋੜੀ ਬਹੁਤੀ ਉਹ ਮਿਲੀ ਹੈ, ਪਰ ਉਹਨਾਂ ਨੂੰ ਹਜੇ ਤੱਕ ਜਿਹੜੀ ਪਰਿਵਾਰਾਂ ਨੂੰ ਨੌਕਰੀ ਜਾਂ ਉਹਨਾਂ ਨੂੰ ਜਿਹੜੀ ਪੱਕੀ ਸਹਾਇਤਾ ਹਜੇ ਤੱਕ ਨਹੀਂ ਮਿਲੀ। ਤਾਂ ਉਹ ਪਰਿਵਾਰਾਂ ਦੀ ਮੇਰੇ ਵੱਲੋਂ ਇਹੀ ਮੰਗ ਹੈ ਉਹਨਾਂ ਪਰਿਵਾਰਾਂ ਦੇ ਲਈ ਵੀ ਉਹਨਾਂ ਪਰਿਵਾਰਾਂ ਦੀਆਂ ਜਿਹੜੀਆਂ ਵਿਧਵਾਵਾਂ ਨੇ ਜਾਂ ਜਿਨ੍ਹਾਂ ਦੇ ਵਿੱਚ ਡੈਥ ਹੋਈ ਹੈ, ਤਾਂ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਵੀ ਲਾਗੂ ਕੀਤੀਆਂ ਜਾਣ, ਉਹਨਾਂ ਪਰਿਵਾਰਾਂ ਦੇ ਲਈ ਸਰਕਾਰੀ ਨੌਕਰੀ ਦਾ ਵੀ ਇੰਤਜ਼ਾਮ ਹੋਵੇ। ਕਿਉਂਕਿ ਸਾਡੇ ਉਹ ਪਰਿਵਾਰ ਨੇ, ਜਿਵੇਂ ਪਹਿਲਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਵੀ ਜੇ ਇੱਕ ਪਾਸੇ ਫੌਜੀ ਸਰਹੱਦਾਂ ਤੇ ਲੜਦਾ ਸ਼ਹੀਦ ਹੁੰਦਾ ਹੈ, ਜਿੰਨਾ ਮਾਣ ਸਨਮਾਨ ਜਾਂ ਉਹਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ, ਤਾਂ ਇਹ ਵੀ ਸਾਡੇ ਉਹ ਕਿਸਾਨ ਨੇ ਜਿਹੜੇ ਬਾਰਡਰਾਂ ਤੇ, ਇਕੱਲੇ ਕਿਸਾਨਾਂ ਲਈ ਨਹੀਂ, ਆਪਣੇ ਲਈ ਨਹੀਂ, ਸਾਰੀ ਜਿਹੜੇ ਇੰਨੇ ਵਰਗ ਨੇ, ਚਾਹੇ ਮਜ਼ਦੂਰ ਹੈ, ਛੋਟਾ ਵਪਾਰੀ ਹੈ, ਛੋਟਾ ਦੁਕਾਨਦਾਰ ਹੈ, ਹਰੇਕ ਦੇ ਹੱਕ ਦੀ ਖਾਤਰ, ਉਹ ਅਧਿਕਾਰ ਦੀ ਖਾਤਰ ਲੜਦੇ ਲੜਦੇ ਉੱਥੇ ਸ਼ਹੀਦ ਹੋਏ ਨੇ। ਉਹਨਾਂ ਨੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਨੇ, ਤਾਂ ਉਹਨਾਂ ਨੂੰ ਵੀ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਕਿਉਂਕਿ ਕੋਈ ਵੱਡੇ ਧਨਾੜ ਕਿਸਾਨ ਨਹੀਂ ਸੀ ਜਾਂ ਵੱਡੀਆਂ ਜ਼ਮੀਨਾਂ ਵਾਲੇ ਕਿਸਾਨ ਨਹੀਂ ਸੀ, ਮੱਧ ਵਰਗ ਹੇਠਲੇ ਵਰਗ ਦੇ ਉਹ ਕਿਸਾਨ ਮਜ਼ਦੂਰ ਸੀ, ਜਿਨ੍ਹਾਂ ਕਈਆਂ ਕੋਲ ਤਾਂ ਮਜ਼ਦੂਰਾਂ ਕੋਲ ਜ਼ਮੀਨ ਵੀ ਨਹੀਂ ਸੀ, ਪਰ ਉਹ ਆਪਣੀਆਂ ਜ਼ਮੀਰਾਂ ਦੀ ਖਾਤਰ ਲੜਾਈ ਲੜਦੇ ਹੋਏ ਸ਼ਹੀਦ ਹੋਏ ਨੇ। ਤਾਂ ਉਹਨਾਂ ਨੂੰ ਜਿਹੜੀ ਨੌਕਰੀ ਜਾਂ ਸਰਕਾਰੀ ਸਹੂਲਤ ਹੈ ਜਿਹੜੀ ਮਿਲਣੀ ਜ਼ਰੂਰ ਚਾਹੀਦੀ ਹੈ ਸਰ। ਜੀ ਥੈਂਕ ਯੂ। ਮੈਂ ਇੱਕ ਥੋੜਾ ਜਿਹਾ ਸਪਲੀਮੈਂਟ ਕਰਨਾ ਚਾਹਨੀ ਹਾਂ 2 ਲਾਈਨਾਂ 'ਚ। ਓਕੇ, ਜਦੋਂ ਇੱਕ ਵਾਰ ਜਿਹੜੀ ਸਾਡੀ ਸੁਪਰੀਮ ਕੋਰਟ ਹੈ, ਉਹਨੇ ਕਿਹਾ ਕਿ ਬਜ਼ੁਰਗਾਂ ਤੇ ਔਰਤਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ,
ਤੇ ਮੋਦੀ ਸਰਕਾਰ ਕਿਉਂਕਿ ਜਿਹੜੀ ਮਨੂਵਾਦੀ ਪ੍ਰਵਿਰਤੀ ਦੀ ਸਰਕਾਰ ਹੈ, ਜਿਹੜੀ ਔਰਤਾਂ ਨੂੰ ਪਰਦੇ ਅੰਦਰ ਰੱਖ ਕੇ ਘਰਾਂ ਅੰਦਰ ਬੰਦ ਰੱਖਣ ਦੀ ਪ੍ਰਵਿਰਤੀ ਵਾਲੀ ਹੈ, ਕੱਲ ਦੀ ਸੰਸਦ ਨੇ ਔਰਤਾਂ ਨੇ ਇਹ ਕਲੀਅਰ ਕੱਟ ਮੈਸੇਜ ਦਿੱਤਾ ਹੈ ਕਿ ਔਰਤਾਂ ਘਰਾਂ ਦੇ ਅੰਦਰ ਬੰਦ ਨਹੀਂ ਰਹਿਣਗੀਆਂ, ਨਾ ਹੀ ਔਰਤਾਂ ਬਿਲਕੁਲ ਮੋਰਚਿਆਂ ਤੋਂ ਵਾਪਸ ਜਾਣਗੀਆਂ। ਸੋ ਇਸ ਕਰਕੇ ਜੀ ਇਸ ਸੰਸਦ ਨੂੰ ਦਾ ਜਿਹੜਾ ਮੈਸੇਜ ਹੈ ਉਹਨਾਂ ਨੂੰ ਕਲੀਅਰ ਕੱਟ ਹੈ। ਦੂਸਰੀ ਇੱਕ ਵੱਡੀ ਗੱਲ ਕਿ ਪੈਰ ਪੈਰ ਦੇ ਉੱਤੇ ਉੱਥੇ 30,000 ਤੋਂ ਵੱਧ ਪੁਲਿਸ ਵਾਲੇ ਡਿਪਲਾਏ ਕੀਤੇ ਹੋਏ ਸੀ, ਔਰ ਕਿੰਨੀਆਂ ਹੀ ਲੋਕਾਂ ਦੇ ਵਿੱਚ ਦੀ ਹੋ ਕੇ ਔਰਤਾਂ ਦੀਆਂ ਜਿਹੜੀਆਂ ਬੱਸਾਂ ਨੂੰ ਲੈ ਕੇ ਜਾਇਆ ਗਿਆ। ਉੱਥੋਂ ਦੀਆਂ ਦਿੱਲੀ ਦੀਆਂ ਔਰਤਾਂ ਜਿਹੜੀਆਂ ਸੀ, ਜਿਹੜੀਆਂ ਵੈਲਕਮ ਕਰਨਾ ਚਾਹੁੰਦੀਆਂ ਸੀ, ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਹੈ ਥਾਣੇ ਲੈ ਕੇ ਜਾਇਆ ਗਿਆ। ਇਹਨਾਂ ਸਾਰੀਆਂ ਚੀਜ਼ਾਂ ਦੀ ਕੱਲ ਦੀ ਸੰਸਦ ਨੇ ਨਿੰਦਾ ਕੀਤੀ ਤੇ ਇੱਕ ਕਲੀਅਰ ਕੱਟ ਓਕੇ ਮੈਸੇਜ ਦਿੱਤਾ ਕਿ ਥੈਂਕ ਯੂ ਔਰਤਾਂ ਸੰਸਦ ਵੀ ਚਲਾ ਸਕਦੀਆਂ, ਘਰ ਵੀ ਚਲਾ ਸਕਦੀਆਂ ਤੇ ਖੇਤ ਥੈਂਕ ਵੀ ਯੂ ਡਾਕਟਰ ਚਲਾ ਸਾਹਿਬ। ਸਕਦੀਆਂ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਗਿਆ। ਬਿੰਦੂ ਜੀ, 500 ਤੋਂ ਉੱਪਰ ਹਾਂਜੀ ਕਿਸਾਨ ਪਰਿਵਾਰ ਜਿਹੜੇ ਸ਼ਹਾਦਤ ਤੋਂ ਬਾਅਦ ਜਿਸ ਤਰੀਕੇ ਨਾਲ ਸੰਘਰਸ਼ ਨਾਲ ਜੂਝ ਰਹੇ ਹੈ, ਜਿਨ੍ਹਾਂ 'ਚ ਔਰਤਾਂ ਵੀ ਸ਼ਾਮਲ ਹੈ, ਕਿਸਾਨ ਮਰਦ ਵੀ ਸ਼ਾਮਲ ਹੈ ਸ਼ਹਾਦਤ ਦੇ ਵਿੱਚ, ਉਹਨਾਂ ਪਰਿਵਾਰਾਂ ਦੀ ਸਥਿਤੀ ਬਾਰੇ ਮੈਂ ਤੁਹਾਡੇ ਕੋਲੋਂ ਵੀ ਸਵਾਲ ਲੈਣਾ ਚਾਹਾਂਗਾ। ਅਕਸਰ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾਂਦਾ ਸੀ ਕਿ ਵੱਡੇ ਕਿਸਾਨਾਂ ਦਾ ਅੰਦੋਲਨ ਹੈ, ਜਿਹੜੇ ਪਰਿਵਾਰ ਸ਼ਹਾਦਤ ਦੇ ਗਏ ਹੈ, ਜਿਨ੍ਹਾਂ ਦੇ ਕਿਸਾਨ ਸ਼ਹਾਦਤ ਦੇ ਗਏ, ਮਰਦ ਸ਼ਹਾਦਤ ਦੇ ਗਏ, ਔਰਤਾਂ ਸ਼ਹਾਦਤ ਦੇ ਗਈਆਂ, ਕਿੱਡੇ ਕੁ ਵੱਡੇ ਪਰਿਵਾਰ ਆ ਤੇ ਕਿੱਦਾਂ ਦੀ ਉਹਨਾਂ ਪਰਿਵਾਰਾਂ ਦੀ ਹਾਲਤ ਹੈ ਬਿੰਦੂ ਜੀ ਇਸ ਵੇਲੇ? ਦੇਖੋ ਜੀ, ਜੋ ਇਹ ਕਿਸਾਨੀ ਅੰਦੋਲਨ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ, ਕੁਰਬਾਨੀਆਂ ਦਿੱਤੀਆਂ ਨੇ, ਉਹਨਾਂ ਕਿਸਾਨਾਂ ਦੇ ਜਿਹੜੇ ਜਜ਼ਬੇ ਨੇ, ਜਿਹੜੇ ਰੌਂ ਰੱਬੇ ਨੇ, ਉਹ ਇੱਥੋਂ ਪਤਾ ਲੱਗਦਾ ਹੈਗਾ ਕਿ ਇਸ ਅੰਦੋਲਨ ਦੇ ਵਿੱਚ ਕੁਰਬਾਨੀ ਦਾ ਜਜ਼ਬਾ ਬਹੁਤ ਵੱਡਾ ਹੈ। ਕਿ ਜਦੋਂ ਇੱਥੇ 26 ਨਵੰਬਰ ਨੂੰ ਦਿੱਲੀ ਦੀਆਂ ਬਰੂਹਾਂ ਤੇ ਆ ਰਹੇ ਸੀ ਤੇ 29 ਤਰੀਕ ਨੂੰ ਇੱਕ ਪਹਿਲੀ ਘਟਨਾ ਵਾਪਰੀ ਸੀਗੀ ਟਿੱਕਰੀ ਬਾਰਡਰ ਤੇ, ਕਿ ਜੋ ਬਾਣੀਏ ਭਾਈਚਾਰੇ ਦੇ ਨਾਲ ਸੰਬੰਧਿਤ ਸੀ, ਜੋ ਮਕੈਨਿਕ ਦਾ ਕੰਮ ਕਰਦਾ ਸੀਗਾ, ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਇਸ ਗੱਲ ਕਰਕੇ ਆਇਆ ਸੀ ਕਿ ਕਿਸੇ ਵੀ ਕਿਸਾਨ ਦਾ ਟਰੈਕਟਰ ਜਾਂ ਕਿਸੇ ਚੀਜ਼ ਦੀ ਰਿਪੇਅਰ ਦੀ ਲੋੜ ਹੈ ਤਾਂ ਅਸੀਂ ਉੱਥੇ ਜਾਣੀ ਕਿ ਸੇਵਾ ਕਰਾਂਗੇ। ਤਾਂ ਧੌਲੇ ਪਿੰਡ ਦਾ ਜਨਕ ਰਾਜ ਸੀਗਾ ਜਿਹੜਾ, ਉਹ ਆਇਆ ਸੀ ਤਾਂ ਉਹਦੀ ਕਾਰ ਦੇ ਵਿੱਚ ਗੈਸ ਲੀਕ ਹੋਣ ਨਾਲ ਉਹਦੀ ਸ਼ਹਾਦਤ ਹੋ ਗਈ ਸੀ। ਉਹ ਕਾਰ ਦੇ ਵਿੱਚ ਹੀ ਸੜ ਕੇ ਸਵਾਹ ਹੋ ਗਿਆ ਸੀਗਾ। ਉਸ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਇਹ ਕਿਸਾਨੀ ਅੰਦੋਲਨ ਹੈ, ਇਹਦੇ ਵਿੱਚ ਹਰ ਵਰਗ ਦੇ, ਹਰ ਤਬਕੇ ਦੇ ਲੋਕ ਸ਼ਾਮਲ ਹੋਏ। ਉਹਨਾਂ ਦੀਆਂ ਭਾਵਨਾ ਇਸ ਗੱਲ ਤੋਂ ਪਤਾ ਲੱਗਦੀਆਂ ਨੇ ਕਿ ਉਹ ਬਹੁਤ ਗਰੀਬ ਪਰਿਵਾਰ ਚੋਂ ਸੀ ਤੇ ਉਹ ਇਸ ਗੱਲ ਕਰਕੇ ਆਏ ਸੀ ਕਿਸਾਨੀ ਦੀ ਮਦਦ ਕਰਨ ਦੇ ਲਈ। ਤੇ ਉਸ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਨੇ ਕਿ ਇਹਦੇ ਵਿੱਚ ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ, ਨੌਜਵਾਨਾਂ ਦੀਆਂ, ਔਰਤਾਂ ਦੀਆਂ, ਸਭ ਨੇ ਅੰਦੋਲਨ ਦੇ ਨਾਲ ਸਰੋਕਾਰ ਜ਼ਾਹਿਰ ਕੀਤਾ। ਤੇ ਦੂਸਰਾ, ਜਦੋਂ ਅੰਦੋਲਨ ਲੜੇ ਜਾਂਦੇ ਨੇ ਚਾਹੇ ਉਹ ਗਦਰੀ ਜੀ, ਲੱਗਦਾ ਟੈਕਨੀਕਲ ਵਜ੍ਹਾ ਕਰਕੇ ਬਿੰਦੂ ਜੀ ਦੀ ਆਵਾਜ਼ ਕੱਟ ਰਹੀ ਹੈ। ਡਾਕਟਰ ਕਮਲਜੀਤ, ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਿਆ ਹਾਂ। ਇੱਕ ਹੋਰ ਵੱਡਾ ਅਹਿਮ ਮਾਮਲਾ ਜਿਹੜਾ ਤੁਸੀਂ ਕੱਲ ਦੀ ਸੰਸਦ ਦੇ ਵਿੱਚ ਵੀ ਲੈ ਕੇ ਆਏ ਹੋ, ਉਹ ਇਹ ਹੈ ਕਿ ਹਮੇਸ਼ਾ ਸਰਕਾਰਾਂ ਔਰਤਾਂ ਦੀ ਬਾਰੇ ਬੜੀ ਗੱਲ ਕਰਦੀਆਂ, ਵੋਟਾਂ ਲਈ ਗੱਲ ਕਰਦੀਆਂ। ਪੰਜਾਬ ਜਿਵੇਂ ਕਹਿੰਦੇ ਕਿ 50% ਜਿਹੜੀਆਂ ਹੈਗੀਆਂ ਸੀਟਾਂ ਔਰਤਾਂ ਦੇ ਲਈ ਫ੍ਰੀ ਜਿਹੜੀ ਹੈਗੀ ਆ, ਉਹਨਾਂ ਲਈ ਬੱਸ ਸਰਵਿਸ ਹੋਏਗੀ, ਕੋਈ ਕਿਰਾਇਆ ਨਹੀਂ ਲਿਆ ਜਾਏਗਾ। ਪਰ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਔਰਤਾਂ ਲਈ ਰਾਖਵੇਂਕਰਨ ਦਾ ਜਿਹੜਾ ਬਿੱਲ ਹੈ ਉਹ ਪੈਂਡਿੰਗ ਪਿਆ ਹੈ। ਇਸ ਤੋਂ ਲੱਗਦਾ ਕਿ ਪੋਲੀਟੀਕਲ ਪਾਰਟੀਆਂ ਦੀ ਕਿੱਡੀ ਵੱਡੀ ਬੇਈਮਾਨੀਆਂ, ਚਾਹੇ ਕਿਸੇ ਵੀ ਧਿਰ ਨਾਲ ਜੁੜੀਆਂ ਹੋਣ, ਔਰਤਾਂ ਦੀ ਜਿਹੜੀ ਸੰਸਦ ਹੈ ਉਸਨੇ ਵੀ ਇਸ ਦਾ ਨੋਟਿਸ ਲਿਆ। ਇਸ ਮੁੱਦੇ ਤੇ ਮੈਂ ਜ਼ਰੂਰ ਤੁਹਾਡੇ ਕਮੈਂਟਸ ਲੈਣਾ ਚਾਹਾਂਗਾ ਡਾਕਟਰ ਕਮਲਜੀਤ ਜੀ। ਇਹ ਬੜਾ ਹੀ ਅਹਿਮ ਮੁੱਦਾ ਹੈ। ਇਸੇ ਕਰਕੇ ਕੱਲ ਦੀ ਸੰਸਦ ਨੇ ਜਿਹੜਾ ਪਹਿਲਾਂ ਦਾ ਵਾਅਦਾ ਸਰਕਾਰਾਂ ਦਾ 33% ਰਿਜ਼ਰਵੇਸ਼ਨ ਦਾ ਪਾਰਲੀਮੈਂਟ ਦੇ ਵਿੱਚ ਔਰਤਾਂ ਦੀ, ਉਹਦੇ ਲਈ ਇੱਕ ਮਤਾ ਪਾਸ ਕੀਤਾ ਕਿ ਇਹ ਜਲਦੀ ਤੋਂ ਜਲਦੀ ਕੀਤਾ ਜਾਏ। ਬੜੀ ਹੈਰਾਨੀ ਦੀ ਔਰ ਬੜੀ ਇਹ ਅਚਰਜ ਗੱਲ ਹੈ ਕਿ ਜਦੋਂ ਮੋਦੀ ਜਿਹੜੀ ਬੀਜੇਪੀ ਸਰਕਾਰ ਸੀ, ਇਹ ਆਪੋਜੀਸ਼ਨ ਦੇ ਵਿੱਚ ਸੀ ਤੇ ਉਦੋਂ ਇਹ ਔਰਤਾਂ ਨੂੰ ਭਰਮਾਉਣ ਦੇ ਲਈ, ਔਰਤਾਂ ਦੀ ਵੋਟ ਲੈਣ ਦੇ ਲਈ ਕਹਿੰਦੀਆਂ ਸੀ ਜਦੋਂ ਅਸੀਂ ਪਾਵਰ 'ਚ ਆ ਗਏ ਤੇ ਅਸੀਂ 33% ਰਿਜ਼ਰਵੇਸ਼ਨ ਪਹਿਲੇ ਸੈਸ਼ਨ ਦੇ ਵਿੱਚ, ਪਹਿਲੇ ਸਦਨ ਦੇ ਵਿੱਚ ਅਸੀਂ ਕਰ ਦਿਆਂਗੇ। ਹੁਣ ਮੋਦੀ ਸਰਕਾਰ ਦੇ ਕੋਲ, ਬੀਜੇਪੀ ਸਰਕਾਰ ਕੋਲ ਸਫੀਸ਼ੀਐਂਟ ਬਹੁਮਤ ਹੈ। ਤੇ ਦੂਸਰੀ ਗੱਲ, 12 ਸਤੰਬਰ ਨੂੰ 25 ਸਾਲ ਇਸ ਬਿੱਲ ਨੂੰ ਹੋ ਜਾਣੇ ਹੈ, ਕਿਉਂਕਿ 1996 ਦੇ ਵਿੱਚ ਗੀਤਾ ਮੁਖਰਜੀ ਦੀ ਅਗਵਾਈ ਹੇਠ
ਜਿਹੜਾ ਇਹ ਬਿੱਲ ਜਿਹੜਾ ਹੈ ਉਹ ਰਾਜ ਸਭਾ ਦੇ ਵਿੱਚ ਗਿਆ, ਪਹਿਲਾਂ ਸਿਲੈਕਟ ਕਮੇਟੀ ਕੋਲ ਗਿਆ, ਕਿਉਂਕਿ ਬਹੁਤ ਸਾਰੀਆਂ ਪ੍ਰੋਸੀਜਰ ਨੇ। ਹੁਣ ਜਿਹੜਾ ਹੈ ਇਹ ਲੋਕ ਸਭਾ ਦੇ ਵਿੱਚ ਦੇ ਲਈ ਪਿਆ ਹੋਇਆ ਹੈ ਤੇ ਬੀਜੇਪੀ ਗਵਰਨਮੈਂਟ ਵਿਦਨ ਡੇ ਔਰ ਵਿਦਨ ਆਰ ਜਿਸ ਤਰੀਕੇ ਨਾਲ ਉਹਨਾਂ ਨੇ ਕਿਸਾਨੀ ਦੇ ਜਿਹੜੇ ਘਾਤਕ ਬਿੱਲ ਨੇ, ਕਾਰਪੋਰੇਟ ਦੇ ਹੱਕ ਵਿੱਚ ਬਿੱਲ ਨੇ, ਉਹ ਕਰੋਨਾ ਦੀ ਮਹਾਮਾਰੀ ਦੇ ਵਿੱਚ ਵੀ ਲੈ ਆਂਦੇ। ਔਰ ਇਸ ਬਿੱਲ ਦਾ ਹੀ ਹੈ ਕਿ ਉਹ ਨਾ ਸਟੈਂਡਿੰਗ ਕਮੇਟੀ ਕੋਲ ਗਿਆ, ਨਾ ਸਿਲੈਕਟ ਕਮੇਟੀ ਕੋਲ ਗਿਆ, ਨਾ ਇਹਦੇ ਤੇ ਡਿਸਕਸ਼ਨ ਹੋਈ, ਨਾ ਸਾਡੇ ਮਾਹਰਾਂ ਨੂੰ ਪੁੱਛਿਆ ਗਿਆ। ਸੋ ਇਸ ਕਰਕੇ ਜਿਹੜਾ ਇਹ ਬਿੱਲ ਹੈ ਜਿਹੜਾ 33% ਰਿਜ਼ਰਵੇਸ਼ਨ ਦਾ, ਉਹ ਮੋਦੀ ਸਰਕਾਰ ਨੂੰ ਪਾਸ ਕਰ ਦੇਣਾ ਚਾਹੀਦਾ ਹੈ, ਪਰ ਉਹ ਕਰੇਗੀ ਨਹੀਂ ਕਿਉਂਕਿ ਉਹ ਥੈਂਕ ਯੂ ਡਾਕਟਰ ਸਾਹਿਬ। ਸਮੇਂ ਦੀ ਘਾਟ ਕਰਕੇ ਮੈਂ ਆਖਰੀ ਕਮੈਂਟ ਜਿਹੜਾ ਹੈਗਾ ਬਲਵੀਰ ਜੀ ਤੋਂ ਵੀ ਲੈਣਾ ਚਾਹਾਂਗਾ ਇਸੇ ਮੁੱਦੇ ਤੇ, ਜਿੱਥੇ ਡਾਕਟਰ ਕਮਲਜੀਤ ਨੇ ਸਵਾਲ ਛੱਡਿਆ ਹੈ, ਔਰਤਾਂ ਦੇ ਰਾਖਵੇਂਕਰਨ ਦਾ ਮੁੱਦਾ, ਪਾਰਲੀਮੈਂਟ ਜਿਹੜਾ ਬਿੱਲ ਪੈਂਡਿੰਗ ਪਿਆ ਹੈ, ਕਿੱਡੀ ਕੁ ਵੱਡੀ ਬੇਈਮਾਨੀ ਦੇਖਦੇ ਹੋ ਪੋਲੀਟੀਕਲ ਪਾਰਟੀਆਂ ਦੀ ਤੇ ਮੌਜੂਦਾ ਸਰਕਾਰ ਦੀ? ਜੀ ਬਲਵੀਰ ਜੀ। ਬੇਈਮਾਨੀ ਹੀ ਆਪਾਂ ਇਹਨੂੰ ਕਵਾਂਗੇ, ਕਿਉਂਕਿ 25 ਸਾਲ ਹੋ ਗਏ ਜਿਹੜਾ ਹੈਗਾ ਇੱਕ ਕਾਨੂੰਨ ਜੋ ਔਰਤਾਂ ਨੂੰ ਜਿਹੜਾ ਰਿਜ਼ਰਵੇਸ਼ਨ ਦੇਣੀ ਸੀ 33%, ਉਹਨੂੰ ਇਹਨਾਂ ਨੇ ਪਾਸ ਨਹੀਂ ਕੀਤਾ। ਪਰ ਹਰ ਇੱਕ ਪਾਰਟੀ ਗੱਲ ਕਰਦੀ ਆ ਔਰਤ ਬਾਰੇ, ਔਰਤ ਦੇ ਅਧਿਕਾਰਾਂ ਬਾਰੇ, ਔਰਤ ਦੇ ਸ਼ਕਤੀਕਰਨ ਬਾਰੇ, ਪਰ ਕਿਸੇ ਵੀ ਪਾਰਟੀ ਨੇ ਅੱਜ ਤੱਕ ਉਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਜਾਂ ਉਸ ਬਿੱਲ ਨੂੰ ਪਾਸ ਕਰਨ ਦੇ ਲਈ ਕੋਈ ਬਹੁਮਤ ਨਹੀਂ ਦਿੱਤਾ। ਤਾਂ ਮੇਥੇ ਇਹਨਾਂ ਦਾ ਇਹੀ ਮਕਸਦ ਹੈ ਵੀ ਜਿਹੜੀਆਂ ਔਰਤਾਂ ਦੀ ਸ਼ਕਤੀ ਨੂੰ ਪਿੱਛੇ ਰੱਖਣਾ ਚਾਹੁੰਦੇ ਨੇ। ਇਹ ਨਹੀਂ ਚਾਹੁੰਦੇ ਕਿ ਜਿਹੜੀਆਂ ਔਰਤਾਂ ਨੇ ਉਹ ਸਾਡੇ ਵਿੱਚ ਜਿਹੜੀਆਂ ਸਦਨਾਂ ਦੇ ਵਿੱਚ ਆ ਕੇ ਬੈਠਣ। ਤਾਂ ਇਹਨਾਂ ਦੀ ਇਹ ਬੇਈਮਾਨੀ ਸਭ ਤੋਂ ਵੱਡੀ ਹੈ, ਜਿਹਨੂੰ ਕੱਲ ਪਾਰਲੀਮੈਂਟ, ਔਰਤਾਂ ਦੀ ਪਾਰਲੀਮੈਂਟ ਨੇ ਪਾਸ ਕਰ ਦਿੱਤਾ। ਉਹਨਾਂ ਦਾ ਜਲਦੀ ਤੋਂ ਜਲਦੀ ਇਹਨੂੰ ਪਾਸ ਕੀਤਾ ਜਾਵੇ ਤੇ ਸਾਡੇ ਸਦਨ ਵੱਲੋਂ ਨੂੰ ਪਾਸ ਕਰ ਦਿੱਤਾ ਗਿਆ ਗਾ। ਤਾਂ ਮੈਂ ਤਾਂ ਇਹੀ ਕਹੂੰਗੀ, ਕਿਉਂਕਿ ਕੋਈ ਵੀ ਸਰਕਾਰ ਹੈ, ਚਾਹੇ ਮੋਦੀ ਸਰਕਾਰ ਹੈ, ਚਾਹੇ ਕਾਂਗਰਸ ਦੀ ਸਰਕਾਰ ਹੈ, ਕਿਸੇ ਨੇ ਵੀ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਜਾਂ ਪਾਸ ਕਰਨ ਦੇ ਵਿੱਚ ਖਾਸ ਕਰਕੇ ਜਿਹੜੀ ਬੀਜੇਪੀ ਔਰਤਾਂ ਦੀ ਹਦਾਇਤੀ ਬਣਦੀ ਹੈ, ਉਹਨੇ ਇਹਨੂੰ ਬਿੱਲ ਨੂੰ ਪਾਸ ਕਿਉਂ ਨਹੀਂ ਕੀਤਾ ਸਰ? ਜੀ ਮਿਹਰਬਾਨੀ ਬਿੰਦੂ ਜੀ, ਡਾਕਟਰ ਕਮਲਜੀਤ, ਬਲਵੀਰ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਕੌਮੀ ਪੱਧਰ ਤੇ ਕਿਸਾਨ ਸੰਸਦ ਚਲਾ ਕੇ ਦੇਸ਼ ਦੀਆਂ ਔਰਤਾਂ ਨੇ ਦਿੱਤਾ ਸੁਨੇਹਾ ਕਿ ਇਸ ਅੰਦੋਲਨ ਦੇ ਨਾਲ ਦੇਸ਼ ਦੀਆਂ ਔਰਤਾਂ ਵੀ ਡਟ ਕੇ ਖੜੀਆਂ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅੰਦੋਲਨ ਦੇ ਵਿੱਚ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਕਿਸਾਨਾਂ ਦੇ ਨਾਲ ਘਰਾਂ ਨੂੰ ਮੁੜਾਂਗੀਆਂ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮੈਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।